वाहेगुरु 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 वाहेगुरु। सूरठ महला पंजवा विच करता पुरख खलोआ वाल न विंगा हुआ मज्जन गुर आंदा रासे जप हर हर किल विख नासे विच करता पुरख खलोआ वाल ना विंगा हुआ मज्जन गुर आंदा रासे जप हर हर किल विख नासे संतो रामदास सरोवर नीका जो नावै सो कुल तरावै उधार हुआ है जी का संतो रामदास सरोवर नीका जो नहावै सो कुल तरावै उधार हुआ है जी का। वाहिगुरु जी का खालसा वाहिगुरु जी की फतेह। गुरु रूप गुरु की साजी नवाजी गुरु स्वरूप गुरु खालसा साध संगत जी अज दे पावन पवित्र फरमान विच सतगुरु पातशाह महाराज ने गुरमत के एक विशेष अंग की व्याख्या की है। वह है धन गुरु रामदास पातशाह के सरੂਪ ਵਿੱਚ इशनान करने का फल। अज के जमाने च कई लोग नुकताचीनी ते हो गए। गुरु पातशाह नूं समत बख्शे केवल ते केवल अरदास है। हुक्मनामे की विचार करने के पहला कल कथा की सी और उहदे विच मैं पंक्ति पढ़ी सी कि परमात्मा का नाम ही एक वड्डा नशा है। नाम खुमारी नाम का चढ़ी रहे दिन रात। ये मैं दोबारा अज रिपीट तां करने भी कई गुरमुख प्यारे साडे भैणां भरा ये भुलेखे विच पै जांदे भी शायद ये गुरु की बाणी है। ये लफ्ज मैनूं तां कहने पै भी आपां कई बार कच्ची बाणी नूं सच्ची बाणी मन्नी जाने पर कच्ची ते सच्ची बाणी का विशेष तौर पर ख्याल रखना है। ये शब्द बड़ा प्रचलित है नाम खुमारी नानका। ये जन्म साखी विच दर्ज है। पोस्त भंग अफीम मद उतर जाए प्रभात नाम खुमारी नानका चढ़ी रहे दिन रात। मेरे कहण तो भाव केवल ते केवल इन्ना है कि ये गुरु ग्रंथ सच्चे पातशाह की बाणी विचों शब्द नहीं। आपां कई बार मनमात के आसरे ते मैं आम थावां ते ट्रकां ते पढ़िया भरे खजाने साहिब दे नीवा होके लुट। ये मीणियां का शब्द है। बाबे पृथ्वी चंद आचार्य शब्द जिहड़ा शब्द है ना भरे खजाने साहिब दे नीवा होके लुट। ये बाबे पृथ्वी चंद का शब्द है। तो सानू धन गुरु अमरदास पातशाह ने सचेत किया सिखा कच्ची बाणी तू बची क्यों सतगुरु बिना होर कच्ची है बाणी। कहंदे कच्चे सुनदे कच्चे कच्ची आख वखाणी हर हर नित करे रसना कहया कछु न जानी चेत जिनका हिर लया माया बोलन पैर बाणी। पर नाल एक मन विच गिला है आपां कच्ची बाणी दे गाग जादे ते सच्ची बाणी दे घट। ये साडी कमजोरी है। मेरी बेनती का ख्याल रखिया जे किते गुरु के रागी सिंह
ਜਿਵੇਂ ਹਰਮੰਦਰ ਸਾਹਿਬ ਰਾਗਾਂ 'ਚ ਕੀਰਤਨ ਕਰਦੇ ਨੇ ਗੁਰੂ ਕੇ ਲਾਲ ਨਮਸਕਾਰ ਉਹਨਾਂ ਗੁਰਸਿੱਖਾਂ ਨੂੰ, ਰਾਗੀ ਰਾਗਾਂ 'ਚ ਕੀਰਤਨ ਕਰਦੇ ਹੁਣ ਤੇ ਆਪਾਂ ਨੇ ਭੇਜਣਾ 'ਚ ਰਾਗੀ ਕੀਰਤਨ ਕਰਦੇ ਆਪਾਂ ਉਹਨਾਂ 'ਚ ਪ੍ਰਸ਼ਾਦਾ ਛਕ ਲਈਏ, ਇਹ ਸਾਡਾ ਸੁਭਾਅ ਜੇ। ਤੇ ਜੇ ਕੋਈ ਕੱਚੀ ਬਾਣੀ ਢਾਕ ਕੇ ਬੰਗਾਲੀ ਦੀਆਂ ਮਾਰੀ ਜਾਏ ਤੇ ਕਹਿੰਦੇ ਬਾਬਿਆਂ ਨੇ ਕੀਰਤਨ ਕੀਤਾ ਆਨੰਦ ਆ ਗਿਆ। ਆਪਾਂ ਲੱਸੀ ਦੇ ਗਾਹਕ ਹਾਂ, ਆਪਾਂ ਦੁੱਧ ਦੇ ਗਾਹਕ ਨਹੀਂ। ਇੱਕ ਹੋਰ ਅੱਜ ਕੱਲ੍ਹ ਇੱਕ ਨਵਾਂ ਕੰਮ ਚੱਲਿਆ ਵੀ ਇੱਕ ਸ਼ਬਦ ਪੜ੍ਹ ਕੇ ਤੇ ਢਾਕੇ ਬੰਗਾਲੇ ਦੀ ਵਿੱਚੇ ਕਥਾ। ਮੈਂ ਹੈਰਾਨ ਨਾ ਵੀ ਐਡੇ ਮਾਸਟਰ ਕਿੱਥੋਂ ਬਣ ਗਏ, ਨਾਲੇ ਕਥਾ ਤੇ ਕੀਰਤਨ ਇਹਦਾ ਭਾਵਨ ਨੂੰ ਕੱਖ ਨਹੀਂ ਆਉਂਦਾ, ਕੇਵਲ ਤੇ ਕੇਵਲ ਟਾਈਮ ਪਾਸ ਕਰ ਰਹੇ ਨੇ। ਯਾਦ ਰੱਖਿਆ ਜੇ ਗੁਰੂ ਕੀ ਬਾਣੀ ਦੇ ਕੀਰਤਨ ਤੋਂ ਅੱਗੇ ਕੋਈ ਮਹਾਨ ਚੀਜ਼ ਨਹੀਂ ਆ। ਮੇਰੇ ਨਾਲ ਭੁਜੰਗੀ ਸਿੰਘ ਬੈਠਾ ਹੈ, ਇਹ ਸੱਜੇ ਪਾਸੇ ਤੇ ਮੈਂ ਖੱਬੇ ਪਾਸੇ। ਇਹਦਾ ਕਾਰਨ ਹੈ ਐਸ ਮੌਕੇ ਮੇਰੇ ਨਾਲੋਂ ਉੱਚੀ ਜਗ੍ਹਾ, ਕਿਉਂਕਿ ਇਹਨੇ ਰੋਲ ਗੁਰੂ ਕੀ ਬਾਣੀ ਪੜ੍ਹਨੀ ਤੇ ਮੈਂ ਕਰਨੀ ਹੈ ਕਥਾ। ਤੇ ਕਥਾ ਦੇ ਵਿੱਚ ਕਈ ਗੱਲਾਂ ਕੱਚੀਆਂ ਹੋਣਗੀਆਂ, ਕਈ ਢਿੱਲੀਆਂ ਹੋਣਗੀਆਂ, ਇਸ ਕਰਕੇ ਮੇਰਾ ਨੰਬਰ 2 ਹੈ, ਇਹਦਾ ਨੰਬਰ 1। ਜਿਹੜੇ ਗੁਰੂ ਕੇ ਰਾਗੀ ਸਿੰਘ ਕੀਰਤਨ ਕਰਦੇ ਉਹਨਾਂ ਨੂੰ ਆਖਿਆ ਕਰੋ ਗੁਰਮੁਖੋ ਅਸੀਂ ਗੱਲਾਂ ਲਈ ਤੁਹਾਨੂੰ ਬੁਲਾਇਆ ਨਹੀਂ, ਅਸੀਂ ਸ਼ਬਦ ਦੇ ਗਾਹਕ ਹਾਂ, ਗੱਲਾਂ ਸਾਨੂੰ ਵੀ ਬੜੀਆਂ ਆਉਂਦੀਆਂ, ਸਾਡੇ ਤੇ ਕਿਰਪਾ ਕਰੋ, ਸਾਨੂੰ ਸ਼ਬਦ ਨਾਲ ਜੋੜ ਜਾਓ, ਕੀ ਪਤਾ ਅਸੀਂ ਕੌੜੇ ਰਿੱਠੇ ਵਾ ਕਿਤੇ ਮਿੱਠੇ ਹੋ ਜਾਈਏ। ਰਾਗੀ ਜੀ ਸਾਡੇ ਤੇ ਦਇਆ ਕਰ ਜਾਓ, ਗੁਰੂ ਕੀ ਬਾਣੀ ਦਾ ਕੀਰਤਨ ਕਰਕੇ ਅਸੀਂ ਪੱਥਰ ਵਰਗੇ ਹੋਏ ਹਾਂ, ਕੀ ਪਤਾ ਜਿਵੇਂ ਬਾਬੇ ਨੇ ਪੰਜਾ ਲਾਇਆ ਤੇ ਪੱਥਰ ਮੂੰਹ ਹੋ ਗਿਆ, ਤੁਹਾਡੇ ਕੀਰਤਨ ਕਰਕੇ ਅਸੀਂ ਮੋਮ ਹੋ ਜਾਈਏ। ਉਪਰਾਲਾ ਕਰਿਆ ਕਰੋ, ਬੇਨਤੀ ਕਰਿਆ ਕਰੋ ਰਾਗੀ ਸਿੰਘਾਂ ਨੂੰ ਵੀ ਸਾਨੂੰ ਰੋਲ ਗੁਰੂ ਕੀ ਬਾਣੀ ਦਾ ਕੀਰਤਨ ਸੁਣਾਓ, ਸਾਨੂੰ ਢਾਕੇ ਤੇ ਬੰਗਾਲੇ ਦੀਆਂ ਗੱਲਾਂ ਨਹੀਂ ਚਾਹੀਦੀਆਂ। ਪਰ ਆਪਾਂ ਦੋਸ਼ੀ ਹਾਂ, ਜਿਹੜਾ ਕਹਿੰਦੇ ਪ੍ਰਚਾਰ ਨਹੀਂ ਹੁੰਦਾ, ਪ੍ਰਚਾਰ ਤਾਂ ਆਪਾਂ ਨਹੀਂ ਹੋਣ ਦਿੰਦੇ, ਕਿਉਂਕਿ ਆਪਾਂ ਸੱਚ ਦੇ ਗਾਹਕ ਨਹੀਂ। ਇਸ ਪਾਸੇ ਮੈਂ ਨਾ ਜਾਵਾਂ, ਗੁਰੂ ਸਾਡੇ ਤੇ ਕਿਰਪਾ ਕਰੇ। ਮੇਰੀ ਕੇਵਲ ਤੇ ਕੇਵਲ ਬੇਨਤੀ ਸੀ ਵੀ ਜਿਹੜੀ ਮੈਂ ਪੰਕਤੀ ਪੜ੍ਹੀ ਆ ਨਾ, ਉਹ ਜਨਮ ਸਾਖੀ ਦੇ ਵਿੱਚੋਂ ਉਹਨੂੰ ਗੁਰੂ ਕੀ ਬਾਣੀ ਕਰਕੇ ਕਿਤੇ ਭੁਲੇਖਾ ਨਾ ਖਾ ਜਾਣਾ, ਬਸ ਕੇਵਲ ਤੇ ਕੇਵਲ ਗੱਲ ਇੰਨੀ ਹੈ। ਹੁਣ ਇਹ ਸ਼ਬਦ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਗੁਰੂ ਕਾ ਸਰੋਵਰ ਇਹ ਕੰਪਲੀਟ ਹੋਇਆ, ਮੁਕੰਮਲ ਹੋਇਆ, ਜਲ ਖਲੋਣ ਲੱਗਾ, ਤਾਂ ਉਸ ਮੌਕੇ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਵੀ ਕੀਤਾ ਤੇ ਸਾਨੂੰ ਦੱਸਿਆ ਸਿੱਖੋ ਇਹਦੇ 'ਚ ਇਸ਼ਨਾਨ ਕਰਨ ਦੇ ਨਾਲ ਤੁਸੀਂ ਤਾਂ ਮੁਕਤ ਹੋਣਾ, ਤੁਹਾਡੀਆਂ ਕੁਲਾਂ ਤਰ ਜਾਣਗੀਆਂ। ਆ ਜਿਹੜੇ ਸਰੋਵਰ ਤੇ ਇਸ਼ਨਾਨ ਕਰਨ ਤੇ ਕਿੰਤੂ ਕਰਦੇ ਨੇ, ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਸਿੱਖੋ ਤੁਸੀਂ ਇਸ਼ਨਾਨ ਕਰਦੇ ਤੁਸੀਂ ਤਾਂ ਤਰਨਾ, ਤੁਹਾਡੀਆਂ ਕੁਲਾਂ ਤਰ ਜਾਣਗੀਆਂ। ਇੱਥੇ ਹਿੰਦੂ ਭਰਾ ਇਸ਼ਨਾਨ ਕਰਦੇ ਨੇ, ਇੱਥੇ ਹੋਰ ਕੌਮਾਂ ਵਾਲੇ ਵੀਰ ਇਸ਼ਨਾਨ ਕਰਦੇ ਨੇ। ਧੰਨ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਸਿੱਖੋ ਇੱਥੇ ਕੋਈ ਵੀ ਆਵੇ, ਕੋਈ ਵਿਤਕਰਾ ਨਹੀਂ, ਟੋਟਲ ਸਾਰਿਆਂ ਦਾ ਆਧਾਰ ਹੋ ਜਾਏਗਾ। ਇਹ ਨਹੀਂ ਵੀ ਸਿੱਖ ਨੇ ਇਸ਼ਨਾਨ ਕੀਤਾ ਤੇ ਗੱਲ ਬਣ ਗਈ, ਬਾਕੀਆਂ ਦੀ ਨਹੀਂ। ਇੱਥੇ ਪਾਵਨ ਸਰੋਵਰ ਇਸ਼ਨਾਨ ਕਰਨ ਨਾਲ ਸਾਰਿਆਂ ਦੀ ਕਲਿਆਣ ਹੋ ਜਾਏਗੀ। ਇਹ ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ, ਜ਼ਬਾਨ ਨੂੰ ਸੁੱਚਿਆਂ ਕਰੀਏ ਤੇ ਬੋਲੀਏ ਸਤਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾ, ਵਿੱਚ ਕਰਤਾ ਪੁਰਖ ਖਲੋਆ। ਗੁਰਮੁਖੋ ਜਦੋਂ ਇਹ ਪਾਵਨ ਸਰੋਵਰ ਜਿਹੜਾ ਹੈ ਨਾ, ਇਹਦੀ ਥੋੜੀ ਜਿਹੀ ਭੂਮਿਕਾ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹ ਸਾਰੇ ਇਸ ਥਾਂ ਦੀ ਨਿਸ਼ਾਨਦੇਹੀ ਕੀਤੀ। ਅਕੋਰਡਿੰਗ ਟੂ ਇਤਿਹਾਸ, ਹਿਸਟਰੀ ਦੇ ਮੁਤਾਬਕ ਇਹ ਜਿਹੜਾ ਸਰੋਵਰ ਹੈ ਜਾਂ ਜਿੰਨੇ ਦਰਬਾਰ ਆ ਨਾ, ਇਹਦੀ ਨਿਸ਼ਾਨਦੇਹੀ ਗੁਰੂ ਅਮਰਦਾਸ ਪਾਤਸ਼ਾਹ ਨੇ ਕੀਤੀ ਹੈ ਜਦੋਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਉਹਨਾਂ ਦੀ ਸੇਵਾ ਦੇ ਵਿੱਚ ਸਨ, ਤੇ ਨਾਲ ਹੁਕਮ ਕੀਤਾ ਪੁਰਖਾ ਸਾਡੇ ਜੋਤੀ ਜੋਤ ਸਮਾਉਣ ਤੋਂ ਉਪਰੰਤ ਤੂੰ ਵਿਸ਼ੇਸ਼ ਤੌਰ ਤੇ ਇਸ ਥਾਂ ਨੂੰ ਗੁਰਮਨ ਦਾ ਕੇਂਦਰ ਬਣਾਉਣਾ ਹੈ। ਅਗਰ ਮੈਂ ਇਹੋ ਹੀ ਵਿਚਾਰ ਕਰਾਂ ਤੇ ਟਾਈਮ ਮੁੱਕ ਜਾਏਗਾ, ਲੜੀਵਾਰ ਵੀ ਆਪਾਂ ਵਿਚਾਰ ਕਰਨੀ ਹੈ।
ਜਿਹੜੀ ਬਾਬਾ ਬੁੱਢਾ ਸਾਹਿਬ ਵਾਲੀ ਬੇਰੀ ਹੈ ਨਾ, ਇਹਦਾ ਇਤਿਹਾਸ ਜੋ ਪੜ੍ਹਿਆ ਉਹਦੇ ਮੁਤਾਬਕ ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਪਣੀ ਥਾਂ ਤੇ ਬਾਬਾ ਲਹਿਣਾ ਜੀ ਨੂੰ ਗੁਰੂ ਅੰਗਦ ਰੂਪ ਕਰਕੇ ਸਨਮਾਨ ਦੇ ਦਿੱਤਾ ਕਿ ਸਾਡੇ ਹਿਰਦੇ ਦੀ ਜੋ ਤੁਹਾਡੇ ਹਿਰਦੇ ਦੇ ਅੰਦਰ ਜਗੇਗੀ, ਤੁਸੀਂ ਖਡੂਰ ਸਾਹਿਬ ਨੂੰ ਜਾਓ। ਗੁਰੂ ਕਾ ਬਚਨ ਮੰਨ ਕੇ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਖਡੂਰ ਸਾਹਿਬ ਆ ਗਏ, ਪਰ ਮਨ ਵਿੱਚ ਕਾਹਲੀ ਹੈ, ਖਿੱਚ ਹੈ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਵਾਲੀ ਅਵਸਥਾ ਬਣੀ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਇੰਨੀ ਖਿੱਚ ਪਈ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਰਤਾਰਪੁਰ ਸਾਹਿਬ ਤੋਂ ਚੱਲ ਪਏ, ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਖਡੂਰ ਸਾਹਿਬ ਵਾਲੇ ਪਾਸੇ ਤੋਂ ਚੱਲ ਪਏ, ਔਰ ਇਸ ਬੇਰੀ ਦੇ ਥੱਲੇ ਧੰਨ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਅੰਗਦ ਸਾਹਿਬ ਦਾ ਮਿਲਾਪ ਹੋਇਆ। ਮੈਂ ਇਸ ਸੰਤ ਗਿਆਨੀ ਕਰਤਾਰ ਸਿੰਘ ਗੁਰਾਂ ਕੋਲ ਪੜ੍ਹਿਆ। ਜਿਹੜੀ ਦੁੱਖ ਭੰਜਨੀ ਬੇਰੀ ਹੈ, ਇਸ ਬੇਰੀ ਦੇ ਥੱਲੇ ਬੈਠ ਕੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਭਾਈ ਮਰਦਾਨੇ ਕੋਲੋਂ ਕੀਰਤਨ ਸੁਣਿਆ, ਔਰ ਨਾਲ ਇੱਕ ਵਿਸ਼ੇਸ਼ ਸਿਧਾਂਤ ਦੱਸਿਆ। ਮਰਦਾਨਿਆਂ, ਜਦੋਂ ਵੀ ਕਿਤੇ ਕੋਈ ਪਰੇਸ਼ਾਨੀ ਹੋਵੇ, ਉਦੋਂ ਗੁਰੂ ਕਾ ਸਿੱਖ ਕੀਰਤਨ ਕਰਕੇ ਅਰਦਾਸ ਕਰਕੇ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਰਦਾਸ ਕਰੇ, ਮੈਂ ਉੱਥੇ ਪ੍ਰਗਟ ਹੋ ਕੇ ਉਹਨੂੰ ਕਰਤਾਰਥ ਕਰਾਂਗਾ। ਇਸ ਤਰ੍ਹਾਂ ਦੀ ਇੰਨੀ ਇੰਪੋਰਟੈਂਸ ਹੈ। ਦੁੱਖ ਭੰਜਨੀ ਬੇਰੀ ਦੇ ਉਰਲੇ ਪਾਸੇ ਜਿੱਥੇ ਪਾਲਕੀ ਵੀ ਬਣੀ ਹੈ ਸੰਗਮਰਮਰ ਦੀ, ਪਤਾ ਨਹੀਂ ਹੁਣ ਬੋਰਡ ਹੈ ਕਿ ਨਹੀਂ, ਇੱਥੇ ਬੋਰਡ ਹੁੰਦਾ ਸੀ 68 ਘਾਟ। ਇਹਦਾ ਅਰਥ ਮੈਂ ਆਪਣੇ ਚਾਚਾ ਜੀ ਕੋਲੋਂ ਪੜ੍ਹੇ ਨੇ ਵੀ ਜਿਹੜੇ 68 ਤੀਰਥ ਨੇ ਨਾ, ਉਹ ਦੀਵਾਲੀ ਤੇ ਵਿਸਾਖੀ ਵਾਲੀ ਰਾਤ ਨੂੰ ਇਸ ਥਾਂ ਤੇ ਮਨੁੱਖਾ ਤਨ ਧਾਰ ਕੇ ਇਸ਼ਨਾਨ ਕਰਦੇ ਹਨ। ਇਹ ਇੰਨੀ ਮਾਨਤਾ ਹੈ ਸਰੋਵਰ ਦੀ। ਰੋਹ ਵਿਚਾਰ ਗੁਰਮੁਖੋ, ਜਦੋਂ ਇਹ ਸਰੋਵਰ ਦੀ ਖੁਦਾਈ ਪਟਾਈ ਆਰੰਭ ਕਰ ਦਿੱਤੇ, ਇੱਕ ਲਫ਼ਜ਼ ਮੈਂ ਤਕਰੀਬਨ ਜਦੋਂ ਵੀ ਕਥਾ ਕਰਦਾ ਬੋਲਦਾ, ਕੋਈ ਜਗ੍ਹਾ ਤੇ ਕੋਈ ਟਾਈਮ ਨਹੀਂ, ਚਾਹ ਭਾਵੇਂ ਮਿਲੇ ਜਾਂ ਨਾ ਮਿਲੇ, ਪਰ ਈਰਖਾ ਪਹੁੰਚ ਜਾਂਦੀ ਹੈ। ਈਰਖਾ ਇੰਨੀ ਚੰਦਰੀ ਹੈ ਵੀ ਕਿਤੇ ਵੀ ਜਾਓ ਕੋਈ ਜਗ੍ਹਾ ਨਹੀਂ ਜਿੱਥੇ ਈਰਖਾ ਨਾ ਹੋਵੇ। ਜਦੋਂ ਇਹ ਸਰੋਵਰ ਦੀ ਖੁਦਾਈ ਆਰੰਭ ਹੋਈ, ਬਾਬਾ ਪ੍ਰਿਥੀ ਚੰਦ ਬਚਨ ਕੀਤਾ, ਕਹਿਣ ਲੱਗਾ, ਲਾ ਲੈ ਜੋਰ, ਵੱਡਾ ਤਾਂ ਮੈਂ, ਇਹਦੇ 'ਚ ਪਾਣੀ ਨਹੀਂ ਖਲੋਏਗਾ, ਸਰੋਵਰ ਬਣੇਗਾ ਕਿਵੇਂ? ਇਹ ਗੱਲ ਬਾਬੇ ਪ੍ਰਿਥੀ ਚੰਦ ਨੇ ਕਹੀ। ਗੁਰਮੁਖੋ, ਸੰਤੋਖਸਰ ਵਾਲੀ ਥਾਂ ਤੋਂ ਧੰਨ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਨੇ ਚੀਕਨੀ ਮਿੱਟੀ ਮੰਗਾ ਕਰਕੇ ਥੱਲੇ ਪਾਈ, ਪਾਣੀ ਖਲੋਤਾ, ਤੇ ਬਾਬਾ ਬੁੱਢਾ ਜੀ ਨੇ ਨਾਲ ਬੇਨਤੀ ਕੀਤੀ, ਪਾਤਸ਼ਾਹ ਇਹ ਕਾਰਜ ਹੋ ਗਿਆ ਤੇ ਇਹ ਕਿਵੇਂ ਹੋਇਆ, ਕਰੋ ਕਿਰਪਾ। ਇਹਦੇ ਨਾਲ ਬੇਅੰਤ ਸੰਗਤਾਂ ਯਥਾ ਸ਼ਕਤ ਆਪਣੀ ਸੋਚ ਦੇ ਮੁਤਾਬਕ ਕੋ ਕਈ ਲੈ ਕੇ, ਕੋ ਬਾਟਾ ਲੈ ਕੇ, ਕੋ ਟੋਕਰੀ ਲੈ ਕਰਕੇ ਸੇਵਾ ਕਰਦਾ। ਪੁੱਛਿਆ, ਬਾਬਾ ਜੀ ਕੌਣ ਨੇ? ਬਾਬਾ ਜੀ ਨੇ ਪੁੱਛਿਆ, ਕੌਣ ਲੋਕ ਨੇ? ਤੇ ਗੁਰੂ ਅਰਜਨ ਦੇ ਸੱਚੇ ਪਾਤਸ਼ਾਹ ਕਹਿੰਦੇ, ਗੁਰਮੁਖੋ, ਇਹਨਾਂ 'ਚ ਪਰਮੇਸ਼ਰ ਵਸਦਾ ਹੈ, ਪਰਮੇਸ਼ਰ ਹੀ ਵਰਤ ਰਿਹਾ। ਆਪਾਂ ਤਾਂ ਗੁਰਦੁਆਰੇ ਆਉਣੇ, ਨਾ ਕੀਰਤਨ ਸੁਣਨਾ, ਨਾ ਕਥਾ। ਮੋਬਾਈਲ ਮਿਲ ਗਿਆ ਤੇ ਜਿਹੜਾ ਵੀ ਮਿਲਦਾ ਕਹਿੰਦਾ, ਮਾੜੀ ਜੀ ਫੋਟੋ ਲੈ ਲਈ ਮੇਰੀ। ਬੜੀ ਬਿਮਾਰੀ ਸਾਨੂੰ ਛੰਬੜ ਗਈ ਹੈ, ਅੰਦਰ ਵੀ ਫੋਟੋ, ਬਾਹਰ ਵੀ ਫੋਟੋ। ਗੁਰਮੁਖੋ, ਇਹਨਾਂ ਫੋਟੋਆਂ ਦੀ ਬਜਾਏ ਕਿਤੇ ਆਪਣੇ ਅੰਦਰ ਰੱਬ ਦੀ ਫੋਟੋ ਲਾਉਣਾ ਕਰੇ, ਸਾਡਾ ਜੀਵਨ ਸੌਰ ਜਾਏ। ਕੋਈ ਦਰਬਾਰ ਸਾਹਿਬ ਨੂੰ ਕੰਨ ਕਰਕੇ ਫੋਟੋ ਖਿਚਾਈ ਜਾਂਦਾ, ਕੋਈ ਅਕਾਲ ਤਖਤ ਨੂੰ ਮੂੰਹ ਪਿੱਛਾ ਕਰਕੇ ਫੋਟੋ ਖਿਚਾਈ ਜਾਂਦਾ ਹੈ। ਗੁਰਮੁਖੋ, ਗੁਰੂ ਦੇ ਦਰ ਤੇ ਆ ਕੇ ਗੁਰੂ ਵਾਲੇ ਪਾਸੇ ਮੂੰਹ ਕਰੀਦਾ, ਕੰਡ ਨਹੀਂ ਕਰੀਦੀ। 45 ਸਾਲ ਪਹਿਲਾਂ ਮੈਂ ਹਜ਼ੂਰ ਸਾਹਿਬ ਬਾਬਾ ਕਰਤਾਰ ਸਿੰਘ ਹੋਰਾਂ ਨਾਲ ਗਿਆ, ਤੇ ਮੈਂ ਉੱਥੇ ਜਿਵੇਂ ਬਿਮਾਰੀ ਮੈਨੂੰ ਵੀ ਲੱਗੀ, ਮੈਂ ਫੋਟੋ ਲਾਉਣ ਲੱਗਾ ਤੇ ਇੱਕ ਸਿਆਣਾ ਜਿਹਾ ਬੰਦਾ ਕਹਿਣ ਲੱਗਾ, ਸਿੰਘਾ, ਗੁਰੂ ਨੂੰ ਕੰਡ
ਤੈਨੂੰ ਕੀ ਮਿਲੇਗਾ, ਮੈਂ ਉਹਨੂੰ ਜਾਣਦਾ ਨਹੀਂ। ਪਰ ਉਸ ਗੁਰਮੁਖ ਪਿਆਰੇ ਦੀ ਗੱਲ ਮੇਰੇ ਅੰਦਰ ਘਰ ਕਰ ਗਈ। ਕਹਿਣ ਲੱਗਾ, ਸਿੰਘਾ ਤੂੰ ਤਾਂ ਗੁਰੂ ਵਾਲੇ ਪਾਸੇ ਮੂੰਹ ਕਰਨਾ ਹੈ ਤੇ ਇੱਥੇ ਆ ਕੇ ਵੀ ਕੰਡ ਕਰਦਾ। ਮੈਂ ਉਹਦੀ ਸ਼ਕਲ ਨਹੀਂ ਜਾਣਦਾ, ਰੰਗ ਰੂਪ ਨਹੀਂ ਜਾਣਦਾ, ਪਰ ਉਸ ਗੁਰਮੁਖ ਦਾ ਧੰਨਵਾਦ ਕਰਦਾ ਜਿਹਨੇ ਮੈਨੂੰ ਇਹ ਚੰਗੀ ਗੱਲ ਕਹੀ ਤੇ ਮੈਂ ਉਸ ਗੱਲ ਨੂੰ ਪੱਲੇ ਬੱਧਾ। ਗੁਰਮੁਖੋ ਫੋਟੋਆਂ ਲਵਾਇਆ ਕਰੋ, ਕੋਈ ਦੁੱਖ ਸੁੱਖ ਬਣਿਆ ਤੇ ਕਦੀ ਲੈ ਗਏ। ਇਹ ਫੋਟੋਆਂ ਨਾਲ ਨਹੀਂ ਜਾਣੀਆਂ, ਨਾਲ ਜਾਵੇਗਾ ਕੇਵਲ ਤੇ ਕੇਵਲ ਇੱਕ ਨਾਮ। ਇਹ ਗੱਲ ਵਿੱਚੋਂ ਸੁਭਾਵਕ ਆ ਗਈ। ਮੇਰੇ ਪਾਤਸ਼ਾਹ ਕਹਿੰਦੇ ਨੇ, ਬੁੱਢਾ ਸਾਹਿਬ ਵਿੱਚ ਕਰਤਾ ਪੁਰਖ ਖਲੋਆ। ਕਿਉਂਕਿ ਬਾਬਾ ਜੀ ਕਹਿਣ ਲੱਗੇ, ਮਹਾਰਾਜ ਬੜੀ ਕਿਰਪਾ ਕੀਤੀ, ਕਾਰਜ ਹੋ ਗਿਆ। ਹਰਿਓਰ ਕਹਿੰਦੇ, ਬੁੱਢਾ ਸਾਹਿਬ ਜੀ ਇਹ ਉਹ ਜਿਹੜਾ ਸਾਰੇ ਸੰਸਾਰ ਨੂੰ ਕਰਨ ਵਾਲਾ ਹੈ, ਜਿਹੜਾ ਪੁਰਸ਼ਾਰ ਦੇਣ ਵਾਲਾ ਹੈ। ਪੁਰਖ ਦੇ ਕਈ ਅਰਥ ਨੇ। ਪੁਰਸ਼ਾਰ ਦੇਣ ਵਾਲਾ, ਉਦਮ ਦੇਣ ਵਾਲਾ। ਜਿਹੜੇ ਆਪਾਂ ਅੰਮ੍ਰਿਤ ਵੇਲੇ ਉੱਠਦੇ ਆ ਨਾ, ਇਹ ਆਪਾਂ ਨਹੀਂ ਜੇ ਉੱਠਦੇ, ਆਪਾਂ ਨੂੰ ਉਹ ਉਠਾਉਂਦਾ ਜੇ। ਜਿੱਦਣ ਪ੍ਰਾਣ ਪੰਖੇਰੂ ਹੋ ਗਏ, ਕਾਕੇ ਨੇ ਵਾਰ ਮਾਰਨੀ, ਪਿਤਾ ਜੀ ਚਾਹ ਪੀ ਲੋ, ਪਰ ਪਿਤਾ ਜੀ ਕਿਤੇ ਪਹੁੰਚ ਗਏ। ਪੁਰਖ 18 ਨਰਕਾਂ ਦੀ ਲਿਸਟ ਵਿੱਚ ਪੜਿਆ। ਪੂੰ ਇੱਕ ਨਰਕ ਦਾ ਨਾਮ ਹੈ। ਉਸ ਪੂੰ ਨਾਮੇ ਨਰਕ ਚੋਂ ਰੱਖਿਆ ਕਰਨ ਵਾਲਾ ਤਾਂ ਕਹਿੰਦੇ ਨੇ ਪੁਰਖ। ਪੁਰਸ਼ਾਰ ਦੇਣ ਵਾਲਾ, ਨਰਕਾਂ ਤੋਂ ਬਚਾਉਣ ਵਾਲਾ ਤੇ ਸਾਰੀ ਸ੍ਰਿਸ਼ਟੀ ਨੂੰ ਘੜਨ ਵਾਲਾ। ਕਈ ਭੋਲੇ ਕਹਿਣਗੇ, ਵਿਖਾਓ ਭਾਈ ਸਾਹਿਬ। ਉਹਨਾਂ ਨੂੰ ਬੇਨਤੀ ਕਰੀ ਤੀ ਵੀ ਗੁਰਮੁਖੋ ਮੰਜੀ ਸਾਹਿਬ ਹਾਲ ਬਣਿਆ ਤੇ ਦੱਸੋ ਕਿਹਨੇ ਬਣਾਇਆ। ਕਹਿੰਦੇ ਜੀ ਇਹ ਤਾਂ ਨਹੀਂ ਪਤਾ। ਤੇ ਉਹਨਾਂ ਨੂੰ ਆਖੀਦਾ, ਜੇ ਪਤਾ ਨਹੀਂ ਤੇ ਇਹਦਾ ਭਾਵ ਇਹ ਹਾਲ ਉਤੋਂ ਡਿੱਗ ਪਿਆ, ਆਪਣੇ ਆਪ ਹੀ ਬਣ ਗਿਆ। ਜੇ ਇਹ ਨਿੱਕਾ ਜਿਹਾ ਪੱਥਰ ਤੇ ਇੱਟਾਂ ਦਾ ਹਾਲ ਕਿਸੇ ਮਨੁੱਖ ਨੇ ਬਣਾਇਆ ਤੇ ਜਿਹੜੀ ਇੰਨੀ ਸ੍ਰਿਸ਼ਟੀ ਹੈ ਇਹ ਵੀ ਆਪਣੇ ਆਪ ਨਹੀਂ ਜੇ ਬਣੀ। ਇਹਦਾ ਕਰਤਾ ਵੀ ਉਹ ਆਪ ਹੈ। ਫੇਰ ਵੇਖੋ ਸਾਡਾ ਤੇ ਉਹਦਾ ਕਿੰਨਾ ਫਰਕ। ਆਪਾਂ ਉਹਨੂੰ ਕਦੇ ਚੇਤੇ ਨਹੀਂ ਕੀਤਾ ਤੇ ਉਹ ਸਾਡੀ ਪੈਰ ਪੈਰ ਤੇ ਰੱਖਿਆ ਕਰਦਾ। ਪੈਰ ਪੈਰ ਤੇ, ਭਾਵੇਂ ਅਸੀਂ ਗਰੀਬ ਹਾਂ ਤੇ ਭਾਵੇਂ ਅਮੀਰ ਹਾਂ। ਆਪਾਂ ਬੱਚੇ ਜੰਮੇ, ਹੁਣ ਆਪਾਂ ਪੋਤਿਆਂ ਤੇ ਪੋਤਰੀਆਂ ਵਾਲੇ ਹਾਂ। ਸਾਡੇ ਪਹਿਲੇ ਦੰਦ ਉਗੇ, ਕੀ ਸਾਡੇ ਮਾਂ ਤੇ ਬਾਪ ਨੇ ਰੱਬ ਨੂੰ ਐਪਲੀਕੇਸ਼ਨ ਦਿੱਤੀ ਸੀ ਵੀ ਸਾਡੇ ਕਾਕੇ ਨੂੰ ਦੰਦ ਦੇ ਦਿਓ। ਆ ਦੰਦ ਉਗਦੇ ਨੇ ਬੱਚਿਆਂ ਦੇ, ਕਦੇ ਆਪ ਫਾਰਮ ਭਰਿਆ ਵੀ ਸਾਡੀ ਗੁੱਡੀ ਨੂੰ ਦੰਦ ਲੱਗ ਜਾਣ, ਸਾਡੇ ਕਾਕੇ ਨੂੰ ਦੰਦ ਆ ਜਾਣ। ਉਹ ਇੰਨਾ ਜ਼ਿੰਮੇਵਾਰ ਹੈ ਵੀ ਭਾਵੇਂ ਗਰੀਬਾਂ ਦਾ ਬੱਚਾ ਤੇ ਭਾਵੇਂ ਅਮੀਰਾਂ ਦਾ ਬੱਚਾ ਉਹ ਟਾਈਮ ਨਾਲ ਦੰਦ ਦੇ ਦਿੰਦਾ ਹੈ। ਤੇ ਮੁੜ ਕੇ ਉਹ ਜਿਹੜੇ ਦੁੱਧ ਵਾਲੇ ਦੰਦ ਨੇ ਉਹ ਲੈ ਕੇ ਤੇ ਕਹਿੰਦਾ, ਗੁਰਮੁਖਾ ਹੁਣ ਤੈਨੂੰ ਸਖਤ ਦੰਦ ਦੇਣੇ ਨੇ ਕਰਨੇ, ਪਰ ਇਹਦੇ ਨਾਲ ਚੰਗੀ ਖੁਰਾਕ ਖਾਵੀਂ, ਮਾੜੀ ਨਾ ਖਾਵੀਂ, ਇਸ ਪਾਸੇ ਮੈਂ ਨਾ ਜਾਵਾਂ। ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਜਿਹੜਾ ਉਹ ਕਰਤਾ ਪੁਰਖ ਪਰਮਾਤਮਾ ਨਾਲ ਉਹ ਆਪ ਖਲੋਇਆ, ਉਹ ਆਪ ਸ਼ਾਮਲ ਹੋਇਆ। ਵਾਲ ਨਾ ਵਿੰਗਾ ਹੁਆ। ਜੇ ਉਹ ਵਾਲ ਹੋਵੇ ਤੇ ਗੁਰਮੁਖੋ ਜਿਹੜੇ ਵਿਰੋਧੀ ਨੇ ਉਹ ਵਾਲ ਵਿੰਗਾ ਨਹੀਂ ਕਰ ਸਕਦੇ। ਤੇ ਮੈਂ ਕਿਹਾ ਵੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੇਰੀ ਗੱਲ ਤਾਂ ਹੈ ਕਮਾਲ ਦੀ, ਵੀ ਵਾਲ ਨਹੀਂ ਵਿੰਗਾ ਹੁੰਦਾ। ਤੇ ਜਿਹੜੀਆਂ ਬੀਬੀਆਂ ਸਾਡੇ ਭਰਵਟੇ ਮੁੰਨ ਲੱਗ ਪਈਆਂ, ਇਹਨਾਂ ਨੂੰ ਕੀ ਆਖੇਗਾ ਤੂੰ? ਇਹ ਤਾਂ ਆਪ ਪੁੱਟਣ ਲੱਗ ਪਈਆਂ ਨੇ। ਤੂੰ ਕਹਿੰਦਾ ਵਾਲ ਨਹੀਂ ਵਿੰਗਾ ਹੁੰਦਾ। ਇਹਨਾਂ ਤਾਂ ਆਪਣੇ ਪਰਸ 'ਚ ਮੋਚਨਾ ਰੱਖਿਆ ਵੀ ਸ਼ੀਸ਼ਾ ਵੇਖਿਆ, ਜਿਹੜਾ ਵਾਲ ਵਿੰਗਾ ਹੋਇਆ ਤੂੰ ਤਾਂ ਕਹਿੰਦਾ ਵਿੰਗਾ ਨਹੀਂ, ਇਹ ਤਾਂ ਮੁੱਢੋਂ ਪੁੱਟ ਦਿੰਦੀਆਂ ਨੇ, ਇਹ ਤਾਂ ਮੁੱਢੋਂ ਦਾੜੀ ਵੜ ਦਿੰਦੇ ਨੇ। ਮੇਰੇ ਮਾਲਕਾ ਕਿਤੇ ਇਹਨਾਂ ਤੇ ਰਹਿਮਤ ਕਰ। ਮੈਂ ਨਾ ਗੁੱਸੇ 'ਚ ਹਾਂ ਤੇ ਨਾ ਮੈਂ ਜਜ਼ਬਾਤੀ ਹੋਇਆ। ਗੁਰਮੁਖੋ ਨੇ ਕਿਹਾ ਵੀ ਗਿਆਨੀ ਜੀ ਕਾਲੇ ਪੈ ਗਏ। ਕਾਲਾ ਨਹੀਂ ਪਿਆ ਮੈਂ, ਗੁਰੂ ਕਿਰਪਾ ਕਰੇ ਮੈਨੂੰ ਸਹਿਜ ਵਿੱਚ ਬਖਸ਼ੇ, ਕਾਲੀ ਨਾ ਦੇ। ਮੈਂ ਇਹ ਦਰਦ ਤੁਹਾਡੇ ਨਾਲ ਤਾਂ ਸਾਂਝਾ ਕੀਤਾ, ਸਿੱਖਾ 5 ਕਕਾਰ ਨੇ, ਕਿਰਪਾਨ, ਕਸ਼ਹਿਰਾ, ਕੜਾ ਤੇ ਕੰਘਾ। ਕੰਘਾ ਤਖਤ ਨਹੀਂ, ਕਸ਼ਹਿਰਾ ਤਖਤ ਨਹੀਂ, ਇਹ ਕੇਸਗੜ੍ਹ ਤਖਤ ਹੈ। ਵੀ ਕੇਸ ਕਿੰਨੇ ਇੰਪੋਰਟੈਂਟ ਹੈ, ਤੂੰ ਕੇਸਾਂ ਦੀ ਕਦਰ ਹੀ ਨਹੀਂ ਕਰਦਾ। 5 ਕਕਾਰਾਂ ਦੇ ਵਿੱਚੋਂ ਇੱਕ ਕਕਾਰ ਹੈ ਕੇਸ, ਔਰ ਉਹਨਾਂ ਕੇਸਾਂ ਦੇ ਨਾਂ ਤੇ ਗੁਰਦੇਵ ਨੇ ਇੱਕ ਤਖਤ ਦਾ ਨਾਮ ਰੱਖਿਆ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ, ਕੇਸਗੜ੍ਹ ਸਾਹਿਬ। ਅਸੀਂ ਕੇਸਗੜ੍ਹ ਵੀ ਭੁੱਲ ਗਏ, ਅਸੀਂ ਕੇਸ ਵੀ ਭੁੱਲ ਗਏ। ਯਾਦ ਕਰੋ ਉਸ ਇਤਿਹਾਸ ਨੂੰ। ਪੂਲਾ ਪਿੰਡ
ਤੇ ਬਾਬੇ ਤਾਰੂ ਸਿੰਘ ਦੀ ਮਾਂ ਅਰਦਾਸ ਕਰਦੀ ਹੈ ਨੰਗੇ ਪੈਰੀਂ, ਪਿੰਡ ਦੀ ਪੰਚਾਇਤ ਵਿੱਚ ਖਲੋਤੀ ਹੋਈ, ਕਹਿੰਦੀ ਬਾਜਾਂ ਵਾਲਿਆ ਤਰਸ ਕਰੀ, ਇਹ ਤੇਰਾ ਤੇ ਮੇਰਾ ਸਾਂਝਾ ਪੁੱਤਰ ਹੈ, ਮੇਰੀ ਕੁੱਖ ਤੋਂ ਜੰਮਿਆ ਮੇਰਾ ਬਿੰਦੀ ਪੁੱਤਰ, ਤੇਰਾ ਅਮਰ ਸ਼ਰਕੇ ਤੇਰਾ ਨਾਦੀ ਪੁੱਤਰ, ਮੇਰਾ ਪੁੱਤ ਚਰਖੜੀ ਤੇ ਭਾਵੇਂ ਚੜ ਜੇ, ਪਰ ਇਹ ਕੇਸ ਜਿਹੜੇ ਮੈਂ ਗੁੰਦ ਗੁੰਦ ਕੇ ਮੀਂਡੀਆਂ ਕਰਕੇ ਖਿੱਚ ਖਿੱਚ ਕੇ ਲੰਮੇ ਕੀਤੇ ਨੇ, ਇਹਦੇ ਕੇਸ ਕੱਟੇ ਨਾ ਜਾਣ। ਇਹ ਗੱਲ ਕੀਤੀ ਜੇ ਭਾਈ ਤਾਰੂ ਸਿੰਘ, ਇੱਕ ਭੈਣ ਬੀਬੀ ਤਾਰ ਕੌਰ ਤੇ ਇੱਕ ਭਰਾ ਭਾਈ ਤਾਰੂ ਸਿੰਘ, ਉਹਦੀ ਖੋਪੜੀ ਲੈ ਗਈ, ਉਹਨੇ ਕੇਸ ਨਾ ਕਟਾਏ। ਸਿੱਖਾ ਤੇਰੀ ਮੱਤ ਨੂੰ ਕੀ ਹੋ ਗਿਆ, ਤੂੰ ਕੇਸਾਂ ਦੇ ਮਗਰੀ ਪੈ ਗਿਓ। ਇੱਕ ਨਵਾਂ ਕੰਮ ਚੱਲਿਆ ਵੀ ਗੁਰਦੁਆਰੇ ਹੋਣੇ ਤੇ ਅੱਧਾ ਕਮੀਟਰ ਪਟਕਾ ਬਣ ਕੇ ਆਉਣ ਲੱਗ ਪਏ, ਨਵਾਂ ਫੈਸ਼ਨ ਆ ਗਿਆ ਜੇ। ਬੇਨਤੀ ਕਰਾਂ, ਕਹਿਣੀ ਬਣਦੀ ਨਹੀਂ। ਦਿੱਲੀ ਸਰਕਾਰ ਨੂੰ ਸਾਡੀ ਪੱਗ ਚੁੱਭਦੀ ਹੈ। ਸਿੱਖਾ ਜੇ ਪੱਗ ਲਾ ਦੀ ਤੈਨੂੰ ਉਹਨੇ ਕੱਖ ਨਹੀਂ ਕਹਿਣਾ, ਤੇਰੀ ਪੱਗ ਹੀ ਤੇਰੀ ਪਛਾਣ ਹੈ। ਇਸ ਪੱਗ ਨੂੰ ਲਾਉਣ ਵਾਸਤੇ ਕਈ ਵਜ਼ਾਰਤਾਂ ਬਦਲ ਗਈਆਂ। ਤੈਨੂੰ ਭੁੱਲ ਗਿਆ ਅਕਾਲ ਤਖਤ ਤੇ ਹਮਲਾ, ਤੈਨੂੰ ਭੁੱਲ ਗਿਆ ਅਹਿਮਦ ਸ਼ਾਹ ਅਬਦਾਲੀ ਦਾ ਹਮਲਾ। ਅੱਜ ਵੀ ਤੇਰੀ ਪੱਗ ਤੇ ਅਟੈਕ ਹੈ। ਸਿੱਖਾ ਅਰਦਾਸ ਕਰ, ਮੇਰੀ ਜਾਨ ਤਾਂ ਭਾਵੇਂ ਚਲੀ ਜੇ ਪਰ ਮੇਰੀ ਪੱਗ ਨਾ ਡਿੱਗੇ। ਇਹ ਮੈਂ ਗ੍ਰੰਥੀ ਹੋ ਕੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਆਪਣੇ ਦਿਲ ਦੀਆਂ ਡੰਗਾਈਆਂ ਤੋਂ ਅਰਦਾਸ ਕਰਦਾ, ਬਾਜਾਂ ਵਾਲਿਆ ਇਹ ਪੱਗ ਤੂੰ ਬਖਸ਼ੀ ਹੈ, ਇਸ ਪੱਗ ਦੀ ਰਾਖੀ ਤੂੰ ਆਪ ਕਰੀ। ਮੈਂ ਗੱਲ ਕੀਤੀ ਨਾ ਪੌਣਾ ਮੀਟਰ ਦੀ ਪੱਗ ਦੀ, ਤੇ ਗਿਆਨੀ ਜੀ ਇਹਦੇ 'ਚ ਕੀ ਹਰਜ ਹੈ? ਹਰਜ ਦੀ ਮੈਨੂੰ ਪਤਾ ਨਹੀਂ, ਲੇਕਿਨ ਗੁਰੂ ਕੀ ਬਾਣੀ 'ਚ ਲਿਖਿਆ ਸਾਬਤ ਸੂਰਤ ਦਸਤਾਰ ਸਿਰਾ। ਇਹਦੇ ਅਰਥ ਅਸੀਂ ਸਿਆਣੀ ਸੰਤ ਗਿਆਨੀ ਬਰਜਨ ਸਿੰਘ ਖਾਲਸਾ ਕੋਲੋਂ ਨਾ ਪੜ੍ਹਾਏ, ਮੁੜ ਕੇ ਮੈਂ ਬਾਬਾ ਕਰਤਾਰ ਸਿੰਘ ਕੋਲੋਂ ਪੜ੍ਹੇ। ਦਸਤਾਰ ਦਾ ਭਾਵ ਹੁੰਦਾ ਜਿਹਦੇ 10 ਪੇਚ ਹੋਣ, ਤੇ ਆਪਾਂ ਤਾਂ ਪੌਣੇ ਮੀਟਰ ਨਾਲ ਹੀ ਕੰਮ ਸਾਰੀ ਜਾਂਦੇ ਆ। ਇਸ ਪੱਗ ਦੇ ਬਦਲੇ ਪੱਗ ਵਟਾਈ ਸੀ ਮੀਰਾਂਕੋਟ ਦੇ ਨੱਥੇ ਚੌਧਰੀ ਨੇ ਭਾਈ ਮਤਾਬ ਸਿੰਘ ਦੇ ਨਾਲ। ਜਦੋਂ ਮੱਸੇ ਦੀ ਸਦਾਈ ਹੋਈ ਤੇ ਸਰਕਾਰ ਨੇ ਮੀਰਾਂਕੋਟ ਨੂੰ ਪਾਇਆ ਘੇਰਾ, ਤੇ ਭਾਈ ਨੱਥਾ ਕਹਿਣ ਲੱਗਾ ਇਹਦੇ ਪਿਓ ਨਾਲ ਮੇਰੀ ਪੱਗ ਵੱਢੀ, ਇਸ ਬੱਚੇ ਨੂੰ ਬਚਾਉਣ ਦੀ ਮੇਰੀ ਜ਼ਿੰਮੇਵਾਰੀ ਹੈ। ਪੱਗ ਇੰਨੀ ਕੀਮਤੀ ਜੇ, ਕੇਸ ਇੰਨੇ ਕੀਮਤੀ ਜੇ। ਮੇਰੇ ਪਾਤਸ਼ਾਹ ਕਹਿੰਦੇ ਬਾਬਾ ਬੁੱਢਾ ਸਾਹਿਬ ਨੂੰ, ਬਾਬਾ ਜੀ ਉਸ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਭਾਵੇਂ ਸਾਡੇ ਭਾਈ ਪ੍ਰਿਥੀ ਚੰਦ ਨੇ ਬੜੀ ਤਰ੍ਹਾਂ ਦੇ ਵਿਘਨ ਪਾਉਣ ਦੇ ਯਤਨ ਕੀਤੇ ਨੇ, ਪਰ ਉਸ ਅਕਾਲ ਪੁਰਖ ਦੀ ਕਿਰਪਾ ਦਾ ਸਦਕਾ ਆਪਣਾ ਵਾਲ ਨਹੀਂ ਵਿੰਗਾ ਹੋਇਆ। ਮੱਜਨ ਗੁਰਿਆਂ ਦਾ ਰਾਸੇ, ਜਿਹੜਾ ਮੱਜਨ ਗੁਰਮੁਖ ਹੋਏ ਦੀਆਂ 3 ਕੈਟਾਗਰੀਆਂ ਹਨ। ਆਪਾਂ ਸਾਰੇ ਇਸ਼ਨਾਨ ਪਾਨ ਕਰਦੇ ਹਾਂ, ਨਹਾਤੇ ਸ਼ਬਦ ਵੀ ਆਉਂਦਾ ਹੈ, ਇਸ਼ਨਾਨ ਵੀ ਆਉਂਦਾ ਹੈ। ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਇਓ ਰੋਗਾ। ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ। ਇਹ 3 ਕਿਸਮਾਂ ਹਨ। ਇਹਦੇ ਅਰਥ ਜੋ ਮੈਂ ਆਪਣੇ ਚਾਚਾ ਜੀ ਕੋਲੋਂ ਪੜ੍ਹੇ ਉਹ ਇਹ ਨੇ, ਜਿਹੜਾ ਆਮ ਆਪਾਂ ਪਿੰਡੇ ਦੀ ਸਫਾਈ ਵਾਸਤੇ, ਤਨ ਦੀ ਸਫਾਈ ਲਈ ਸਰੀਰ ਤੇ ਜਲ ਪਾਉਣੇ, ਇਹਨੂੰ ਕਹਿੰਦੇ ਨੇ ਨਹਾਉਣਾ। ਮੈਂ ਨਹਾਤਾ ਨਹੀਂ, ਨਹਾਲਾ ਭਾਈ। ਜਿਹੜਾ ਇਹ ਤਾਂ ਹੋ ਗਿਆ ਨਾ ਨਹਾਉਣਾ। ਦੂਸਰਾ ਆਪਣੇ ਧਾਰਮਿਕ ਨਿਯਮਾਂ ਦੀ ਪਰਪੱਕਤਾ ਵਾਸਤੇ, ਜਿਵੇਂ ਆਪਾਂ ਨਿਤਨੇਮ ਕਰਨਾ, ਗੁਰਦੁਆਰੇ ਸਭ ਜਾਣਾ, ਉਹਨੂੰ ਆਪਾਂ ਕਹਾਂਗੇ ਗੁਰਮੁਖਾ ਨਿਤਨੇਮ ਕਰਨਾ ਤੇ ਇਸ਼ਨਾਨ ਕਰ ਲਾ। ਮੱਜਣ ਦਾ ਅਰਥ ਜੋ ਉਹਨਾਂ ਸਾਨੂੰ ਪੜ੍ਹਾਇਆ ਉਹ ਇਹ ਹੈ, ਜਿਵੇਂ ਵਿਸ਼ੇਸ਼ ਤੌਰ ਤੇ ਵਿਸਾਖੀ ਦੇ ਮੌਕੇ ਤੇ ਆਪਾਂ ਇੱਥੇ ਇਸ਼ਨਾਨ ਕਰਨ ਆਉਂਦੇ ਹਾਂ, ਮਾਘੀ ਦੇ ਮੌਕੇ ਤੇ ਸਾਡੇ ਗੁਰਮੁਖ ਭੈਣਾਂ ਭਰਾ ਮੁਕਤਸਰ ਸਾਹਿਬ ਜਾਂਦੇ ਹਨ। ਇਸ ਪ੍ਰਕਾਰ ਉਹਨੂੰ ਕਹਿੰਦੇ ਨੇ ਮੱਜਨ। ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਜਿਹੜਾ ਇਸ ਥਾਂ ਤੇ ਆ ਕੇ ਇਸ਼ਨਾਨ ਕਰੇਗਾ ਉਹਨੂੰ ਵਿਸ਼ੇਸ਼ ਪੁਰਬ ਤੇ ਇਸ਼ਨਾਨ ਦਾ ਫਲ ਮਿਲੇਗਾ। ਇਹ ਰਾਸ ਗੁਰੂ ਦੇ ਕੋਲੋਂ ਸਾਨੂੰ ਪ੍ਰਾਪਤ ਹੋਈ, ਤੇ ਰਾਸ ਆਪਾਂ ਕਹਿੰਦੇ ਮੈਨੂੰ ਫਲਾਨੀ ਚੀਜ਼ ਰਾਸ ਨਹੀਂ ਆਈ, ਇਹਨੂੰ ਕਹਿੰਦੇ ਨੇ ਫਿੱਟ।
ਇਹ ਮੇਰੇ ਗੁਰੂ ਨੇ ਫਿੱਟ ਕੀਤਾ। ਕਿਵੇਂ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਅਸੀਂ ਨਾਲੇ ਚੁੱਭੀ ਮਾਰੀ ਜਾਣੇ ਤੇ ਨਾਲੇ ਕਹਿੰਦੇ ਫਲਾਣਾ ਸੇ ਮੇਰੇ ਪਰਸ ਦਾ ਖਿਆਲ ਰੱਖੀ, ਕੋਈ ਲੈ ਨਾ ਜਾਏ। ਕਾਹਦਾ ਇਸ਼ਨਾਨ ਹੈ? ਅਸੀਂ ਇਸ਼ਨਾਨ ਵੀ ਕਰਦੇ ਹਾਂ ਸਰੋਵਰ 'ਚ, ਤੇ ਨਾਲੇ ਕਹਿੰਦੇ ਮੇਰੇ ਪਰਸ ਦਾ ਖਿਆਲ ਰੱਖੀ। ਗੁਰੂ ਕੇ ਸਰੋਵਰ ਦੀ ਇਸ਼ਨਾਨ ਦੀ ਇੰਨੀ ਮਹਾਨਤਾ ਮੈਂ ਪੜ੍ਹਿਆ ਇਤਿਹਾਸ ਵਿੱਚ। ਜਿਹੜਾ ਬਾਬਾ ਸੁੱਖਾ ਸਿੰਘ ਤੇ ਮੁਤਾਬ ਸਿੰਘ ਹੋਏ ਨੇ ਨਾ, ਸਰਕਾਰ ਕਹਿੰਦੀ ਸੀ ਅਸੀਂ ਇਸ਼ਨਾਨ ਨਹੀਂ ਕਰਨ ਦੇਣਾ, ਤੇ ਬਾਬਾ ਸੁੱਖਾ ਸਿੰਘ ਨੇ ਸਮੇਤ ਘੋੜੇ ਦੇ ਛਾਲ ਮਾਰ ਕੇ ਆਖਿਆ ਤੁਸੀਂ ਕਹਿੰਦੇ ਇਸ਼ਨਾਨ ਨਹੀਂ ਕਰਨਾ, ਮੈਂ ਤਾਂ ਘੋੜੇ ਨੂੰ ਵੀ ਇਸ਼ਨਾਨ ਕਰਾ ਲਿਆ। ਨਾਲ ਉਹਨੇ ਮਾਫੀ ਮੰਗੀ ਵੀ ਗੁਰੂ ਰਾਮਦਾਸ ਪਾਤਸ਼ਾਹ ਘੋੜੇ ਦਾ ਮੈਂ ਇਸ਼ਨਾਨ ਕਰਾਇਆ, ਮੇਰੀ ਗਲਤੀ ਹੈ, ਤੈਨੂੰ ਮੁਆਫ ਦੇ ਦੀ, ਮੁਆਫ ਕਰੀ ਮੈਨੂੰ। ਪਰ ਮੈਂ ਸਰਕਾਰ ਨੂੰ ਚੈਲੰਜ ਕੀਤਾ ਵੀ ਗੁਰੂ ਕਾ ਸਿੱਖ ਇਹ ਸਰੋਵਰ ਦੇ ਇਸ਼ਨਾਨ ਤੋਂ ਬਿਨਾਂ ਰਹਿ ਹੀ ਨਹੀਂ ਸਕਦਾ। ਆਪਾਂ ਤਾਂ ਇਸ਼ਨਾਨ ਕਰਨਾ ਕਿ ਜਦੋਂ ਅਟੈਕ ਹੋਇਆ ਨਾ 84 ਦਾ, ਤੇ ਮੈਂ ਘਰ ਨੂੰ ਗਿਆ ਤੇ ਇੱਕ ਦੁਕਾਨ ਤੇ ਮੈਂ ਕੋਈ ਸੌਦਾ ਲੈਣ ਲੱਗ ਪਿਆ ਸੁਭਾਵਕ, ਤੇ ਮੈਨੂੰ ਦੁਕਾਨਦਾਰ ਕਹਿੰਦਾ ਬਾਬਾ ਜੀ ਮੇਰਾ ਲਿਬਾਸ ਵੇਖ ਕੇ ਚੂੜੀ ਵਾਲਾ ਪਜਾਮਾ, ਕਹਿੰਦਾ ਜੀ ਦਰਬਾਰ ਸਾਹਿਬ ਦਾ ਕੀ ਹਾਲ ਹੈ? ਮੈਂ ਬੜਾ ਹੈਰਾਨ ਹੋਇਆ। ਮੈਂ ਕਿਹਾ ਕਿਵੇਂ ਭਾਈ? ਕਹਿਣ ਲੱਗਾ ਜੀ ਮੈਨੂੰ 17 ਸਾਲ ਹੋ ਗਏ ਦਰਬਾਰ ਸਾਹਿਬ ਗਿਆ ਨੂੰ, ਤੇ ਸੁਭਾਅ ਮੇਰਾ ਬੜਾ ਚੰਦਰਾ। ਮੈਂ ਕਿਹਾ ਵੀ ਤੂੰ ਇਉਂ ਕਰ, ਰੱਸੀ ਲੈ ਕੇ ਮਿਲ ਲਾ, ਜਿੱਥੇ 17 ਸਾਲ ਪਹਿਲਾਂ ਸੀ ਹੁਣ ਵੀ ਉੱਥੇ ਹੀ ਹੈ। ਇਹ ਸਾਡੀ ਹਾਲਤ ਜੇ। ਅੰਮ੍ਰਿਤਸਰ ਦਾ ਰਹਿਣ ਵਾਲਾ ਬੰਦਾ ਕਹਿੰਦਾ ਕਿ ਮੈਨੂੰ 17 ਸਾਲ ਹੋ ਗਏ, ਮੈਂ ਕਦੇ ਉੱਥੇ ਮੱਥਾ ਟੇਕਣੀ ਨਹੀਂ ਗਿਆ। ਕਿੱਡੀ ਬਦਕਿਸਮਤੀ ਹੈ। ਇਹ ਉਹ ਜਗ੍ਹਾ ਹੈ, ਸਿੱਖ ਸਪੇਨ ਵਿੱਚ ਬੈਠਾ ਹੈ, ਸਿੱਖ ਅਮਰੀਕਾ ਨਿਊਯਾਰਕ 'ਚ ਬੈਠਾ ਹੈ। ਉਹ ਕਹਿੰਦਾ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ। ਬਾਬਾ ਸੋਹਣ ਸਿੰਘ ਸੀਤਲ ਨੇ ਇੱਕ ਪੁਸਤਕ ਲਿਖੀ, ਸਿੱਖ ਰਾਜ ਕਿਵੇਂ ਬਣਿਆ। ਇਹ ਕਈਆਂ ਨੂੰ ਗੱਲ ਔੜ ਲੱਗੇਗੀ, ਪਰ ਮੈਂ ਨਾ ਗ੍ਰੰਥ ਦਾ ਨਾ ਤਾਂ ਲੈਣਾ ਵੀ ਕੋਈ ਇਹ ਨਾ ਕਵੇ ਵੀ ਕੋਲੋਂ ਗੱਲ ਕੱਢ ਗਿਆ। ਬਾਬਾ ਸੋਹਣ ਸਿੰਘ ਸੀਤਲ ਦੀ ਲਿਖਤ ਦੇ ਮੁਤਾਬਕ ਜਦੋਂ ਵੀ ਖਾਸ ਕਰਕੇ ਤੇ ਇਸ਼ਨਾਨ ਕਰਨਾ ਨਾ ਗੁਰੂ ਰਾਮਦਾਸ ਦੇ ਸਰੋਵਰ ਵਿੱਚ, ਉਦੋਂ ਪੱਗ ਨੂੰ ਲਾਹ ਕੇ ਤੇ ਫੇਰ ਇਸ਼ਨਾਨ ਕਰਨਾ, ਪੱਗ ਹੱਥ ਵਿੱਚ ਫੜ ਕੇ। ਮੈਂ ਨਾਲ ਪੁਸਤਕ ਦਾ ਹਵਾਲਾ ਦਿੱਤਾ ਜੀ, ਸਿੱਖ ਰਾਜ ਕਿਵੇਂ ਬਣਿਆ, ਬਾਬਾ ਸੋਹਣ ਸਿੰਘ ਸੀਤਲ ਦੀ ਕਿਰਤ। ਤੇ ਨਾਲ ਉਹਨਾਂ ਲਿਖਿਆ ਵੀ ਕਿਉਂ। ਉਹ ਕਹਿੰਦੇ ਇਹਦਾ ਕਿਉਂ ਦਾ ਜਵਾਬ ਇਹ ਹੈ, ਸਰਕਾਰ ਕਹਿੰਦੀ ਸੀ ਅਸੀਂ ਇਸ਼ਨਾਨ ਨਹੀਂ ਕਰਨ ਦੇਣਾ, ਤੇ ਗੁਰੂ ਕੇ ਸਿੱਖ ਆਪਣਾ ਜੂੜਾ ਨੰਗਾ ਕਰਕੇ ਸਰਕਾਰ ਨੂੰ ਕਹਿੰਦੇ ਜੇ ਸਿੱਖ ਹੈਗੇ ਮੁੱਕੇ ਨਹੀਂ। ਇਹ ਨਾਲ ਉਹਨਾਂ ਜਵਾਬ ਹੀ ਲਿਖਿਆ। ਮੇਰੇ ਪਾਤਸ਼ਾਹ ਕਹਿੰਦੇ ਨੇ ਸਿੱਖਾ ਇਹ ਤੇ ਇਸ਼ਨਾਨ ਕਰੇਗਾ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ, ਪਰ ਇੱਕ ਖੇਚਲ ਕਰੀ, ਜਪ ਹਰ ਹਰ ਕਿਲ ਵਿਖ ਨਾਸੇ। ਪਰਮਾਤਮਾ ਦਾ ਨਾਮ ਲਏ ਤੇ ਵਿਸ਼ੇਸ਼ ਤਰ੍ਹਾਂ ਦੇ ਕੀਤੇ ਹੋਏ ਪਾਪ ਨਾਸ ਹੋ ਜਾਣਗੇ, ਅਥਵਾ 4 ਤਰ੍ਹਾਂ ਦੇ ਪਾਪ ਨੇ ਉਹ ਨਾਸ ਹੋ ਜਾਣਗੇ। ਸੰਤੋ ਰਾਮਦਾਸ ਸਰੋਵਰ ਨੀਕਾ। ਇਹ ਸੰਤ ਦਾ ਭਾਵ ਹੁੰਦਾ ਸਤ ਨਾਲ ਜੁੜੀ ਹੋਈ ਆਤਮਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੇ, ਹਰ ਨਾਮਾ ਮਨ ਮੰਤ, ਧਨ ਸੇ ਸਹੀ ਨਾਨਕਾ ਪੂਰਨ ਸੋਈ ਸੰਤ। ਮੇਰੇ ਪਾਤਸ਼ਾਹ ਕਹਿੰਦੇ ਇਹ ਸਤ ਨਾਲ ਜੁੜੀਆਂ ਹੋਈਆਂ ਰੂਹੋ ਉਹ ਗੁਰਮੁਖ ਜਨ ਜਿਹੜੇ ਗੁਰੂ ਰਾਮਦਾਸ ਦੇ ਸਰੋਵਰ 'ਚ ਇਸ਼ਨਾਨ ਕਰਨਗੇ। ਜੋ ਨਹਾਵੈ ਸੋ ਕੁਲ ਤਰਾਵੈ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਇਹ ਨਹੀਂ ਵੀ ਵਿਸ਼ੇਸ਼ ਵਾਰ ਇਹਨੂੰ ਕੋਈ ਵਿਸ਼ੇਸ਼ ਮਹਾਤਮ ਤੇ ਦੂਜੇ ਨੂੰ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਜਿੰਨੇ ਵੀ ਇਸ਼ਨਾਨ ਕਰਨਗੇ ਨਾ, ਕੁੱਲ ਦੇ ਕੁੱਲ ਟੋਟਲ ਸਾਰੇ ਦੇ ਸਾਰੇ ਤਰ ਜਾਣਗੇ। ਉਧਾਰ ਹੋਆ ਹੈ ਜੀ ਕਾ। ਜੀਵ ਆਤਮਾ ਦਾ ਕਲਿਆਣ ਹੋ ਜਾਵੇਗਾ। ਰਹਾਓ ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਜੈ ਜੈਕਾਰ ਜਗ ਗਾਵੇ। ਉਹ ਭਾਈ ਗੁਰਮੁਖ ਜਨ ਜਿਹੜੇ ਇਸ ਸਰੋਵਰ ਇਸ਼ਨਾਨ ਕਰਦੇ ਨੇ ਉਹਨਾਂ ਦੀ ਜੈ ਜੈਕਾਰ ਹੋਈ। ਅਥਵਾ ਉਹ ਜਿਹੜੇ ਗੁਰਮੁਖ ਨੇ ਨਾ, ਉਹ ਸਰੋਵਰ ਇਸ਼ਨਾਨ ਕਰਕੇ ਜਿਹੜਾ ਸੰਸਾਰ ਦਾ ਕਰਤਾ ਵਾਹਿਗੁਰੂ ਉਹਦਾ ਜਸ ਗਾਉਂਦੇ ਹਨ। ਮਨ ਚਿੰਦਿਆੜੇ ਫਲ ਪਾਵੇ। ਔਰ ਜੋ ਵੀ ਭਾਈ ਕਿਸੇ ਦੀ ਇੱਛਾ ਉਹ ਮੁਰਾਦ ਪੂਰੀ ਹੁੰਦੀ ਹੈ। ਇਹਦਾ ਜਵਾਬ ਅਸੀਂ ਧਨਾਸੀ ਰਾਗ ਵਿੱਚ ਪੜ੍ਹਦੇ ਹਾਂ। ਕਿਵੇਂ ਇੱਛਾ ਪੂਰੀ ਹੁੰਦੀ? ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾਂ ਕੇ ਵਸ ਹੈ ਕਾਮ ਧੇਨਾ। ਸੋ ਐਸਾ ਹਰ ਧਿਆਈਏ ਮੇਰੇ ਜੀੜੇ, ਤਾਂ ਸਰਬ ਸੁਖ ਪਾਵੇਂ ਮੇਰੇ ਮਨਾ। ਜਾਪ ਮਾਨ ਸਤਨਾਮ ਸਦਾ ਸਤਨਾਮ, ਹਾਲਤ ਪਲਤ ਮੁਖ ਉਜਲ ਹੋਈ ਹੈ ਨਿਤ,
ਧਿਆਈਏ ਹਰ ਪੁਰਖ ਨਿਰੰਜਨਾ। ਸਹੀ ਸਲਾਮਤ ਨਹਾਏ ਆਏ। ਜਿਹੜੇ ਗੁਰਮੁਖ ਪਿਆਰਿਆਂ ਨੇ ਇੱਥੇ ਇਸ਼ਨਾਨ ਕੀਤਾ ਉਹ ਸਹੀ ਸਲਾਮਤ ਬਿਲਕੁਲ ਨੌ ਬਰਨੌ ਹੋ ਗਏ। ਆਪਣਾ ਪ੍ਰਭੂ ਧਿਆਏ। ਗੁਰਮੁਖਾ ਵਾਹਿਗੁਰੂ ਨੂੰ ਆਪਣਾ ਜਾਣ ਕਰਕੇ ਉਸ ਪਾਸੇ ਵੱਲ ਆਪਣੇ ਧਿਆਨ ਨੂੰ ਕੇਂਦਰਿਤ ਕਰ। ਸੰਤ ਸਰੋਵਰ ਨਾਵੇ। ਪਾਤਸ਼ਾਹ ਕਹਿੰਦੇ ਇੱਕ ਤਾਂ ਹੋ ਗਿਆ ਨਾ ਇਹ ਸਰੋਵਰ ਜਿਹੜਾ ਆਪਾਂ ਪ੍ਰਤੱਖ ਜਲ ਵਾਲਾ ਸਰੋਵਰ ਵੇਖ ਰਹੇ ਆ, ਤੇ ਦੂਜਾ ਸਰੋਵਰ ਕਿਹੜਾ ਹੈ? ਜਿਹੜੀਆਂ ਸੱਤ ਨਾਲ ਜੁੜੀਆਂ ਹੋਈਆਂ ਰੂਹਾਂ ਉਹ ਜਿਹੜੇ ਤੁਸੀਂ ਬੈਠੇ ਹੋ ਨਾ ਸਾਰੇ, ਇਹ ਸਰੋਵਰ ਹੈ। ਤੁਸੀਂ ਸਾਰੇ ਸੰਤੋ ਸੰਤ, ਕਿਉਂਕਿ ਇੱਥੇ ਅਨਾਜ ਦੀ ਬੋਲੀ ਦੇਣ ਲਈ ਨਹੀਂ ਆਏ, ਤੁਸੀਂ ਸੱਤ ਨਾਲ ਜੁੜਨ ਲਈ ਆਏ ਹੋ। ਜਦੋਂ ਅਸੀਂ ਇੱਥੇ ਆਉਂਦੇ ਹਾਂ ਨਾ, ਤੇ ਜਿਹੜਾ ਵੀ ਬੁਲਾਰਾ ਬੋਲੇਗਾ ਉਹਨੇ ਕਹਿਣਾ ਗੁਰਮੁਖ ਹੋ। ਕਿਉਂ? ਇਹ ਗੁਰੂ ਦਾ ਦਰ, ਜਿਹੜਾ ਗੁਰੂ ਦੇ ਦਰ ਤੇ ਆ ਗਿਆ ਉਹ ਗੁਰਮੁਖ, ਤੇ ਜਿਹੜਾ ਸਾਦੀ ਵਿਚਾਰ ਕਰਨ ਵਾਸਤੇ ਆਵੇ ਉਹ ਚੋਰ ਕਿਵੇਂ? ਉਹ ਤਾਂ ਹੈ ਹੀ ਸੰਤ। ਤੁਸੀਂ ਜਿੰਨੇ ਬੈਠੇ ਹੋ ਨਾ ਸਾਰੇ ਸੰਤ ਹੋ। ਤੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਜਿਹੜਾ ਸਾਧ ਸੰਗਤ ਸਰੋਵਰ ਵਿੱਚ ਆ ਕੇ ਇਸ਼ਨਾਨ ਕਰੇਗਾ ਸੋ ਜਨ ਪਰਮ ਗਤ ਪਾਵੇ। ਉਹਨੂੰ ਭਾਈ ਪਰਮ ਗਤੀ ਦੀ ਪ੍ਰਾਪਤੀ ਹੋ ਜਾਏਗੀ, ਭਾਵ ਉਹ ਕੇਵਲ ਮੁਕਤੀ ਨੂੰ ਪ੍ਰਾਪਤ ਹੋ ਜਾਏਗਾ। ਪਰ ਇੱਥੇ ਇਸ਼ਨਾਨ ਕਰਨ ਦਾ ਢੰਗ ਤਰੀਕਾ ਕੀ? ਜਿਵੇਂ ਆਪਾਂ ਉੱਥੇ ਸੰਗਲ ਫੜਦੇ ਆ ਨਾ, ਇੱਥੇ ਵੀ ਇਸ਼ਨਾਨ ਕਰਨ ਦਾ ਇੱਕ ਢੰਗ ਤਰੀਕਾ, ਜੇ ਸੁਣਿਆ ਮੰਨਿਆ ਮਨ ਕੀਤਾ ਭਾਓ। ਪਹਿਲਾਂ ਸੁਣਿਆ, ਮੁੜ ਕੇ ਉਹਨੂੰ ਮੰਨਿਆ, ਤੇ ਮੁੜ ਕੇ ਭੈ ਰੱਖਿਆ ਵੀ ਅਸੀਂ ਕਥਾ ਵਿੱਚ ਆਹ ਗੱਲ ਸੁਣੀ, ਆਪਾਂ ਹੁਣ ਨਹੀਂ ਜੀ ਆ ਕਰਨੀ। ਅਸੀਂ ਕੀਰਤਨ ਵਿੱਚ ਰਾਗੀ ਸਿੰਘਾਂ ਦੇ ਕੋਲੋਂ ਸ਼ਬਦ ਸੁਣਿਆ, ਆਪਾਂ ਇਹ ਨਹੀਂ ਕਰਨਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਉਹ ਮਨੁੱਖ ਜਿਹੜੇ ਇਸ ਤਰ੍ਹਾਂ ਦਾ ਇਸ਼ਨਾਨ ਕਰਦੇ ਨੇ ਪਰਮਗਤ ਤੋਂ ਭਾਵ ਹੁੰਦਾ ਕੇਵਲ ਮੁਕਤੀ। ਇਹ 4-5 ਤਰ੍ਹਾਂ ਦੀਆਂ ਮੁਕਤੀਆਂ ਨੇ। ਭਾਈ ਸਾਹਿਬ ਵਾਰ-ਵਾਰ ਉਂਗਲ ਲਾਉਂਦਾ ਵੀ ਕਲੀਅਰ ਕਰ। ਇਹਨਾਂ ਦੀ ਕਿਸਮਾਂ ਨੇ ਸ਼ਲੋਕ, ਸਮੀਪ, ਸਰੂਪ ਤੇ ਸਯੋਜ। ਇਹ ਆਮ ਪ੍ਰਚਲਿਤ 4 ਮੁਕਤੀਆਂ ਹਨ। ਜਿਵੇਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ, ਉੱਥੋਂ ਦੇ ਚੌਰ ਬਰਦਾਰ ਅਰਦਾਸੀਏ ਤੇ ਸਿੰਘ ਸਭ ਅੰਦਰ ਬਹਿੰਦੇ, ਆਪਾਂ ਬਹਿ ਨਹੀਂ ਸਕਦੇ। ਉਹਨੂੰ ਕਹਿੰਦੇ ਸਮੀਪ ਮੁਕਤੀ। ਆਪਾਂ ਸਾਰੇ ਬੈਠਿਆਂ ਨੂੰ ਕਹਿੰਦੇ ਨੇ ਸ਼ਲੋਕ ਮੁਕਤੀ। ਜਿਹੜਾ ਬਾਜਾਂ ਵਾਲੇ ਨੇ ਆਖਿਆ ਖਾਲਸਾ ਮੇਰੋ ਰੂਪ ਹੈ ਖਾਸ, ਇਹਨੂੰ ਕਹਿੰਦੇ ਸਰੂਪ ਮੁਕਤੀ। ਇਸੇ ਪ੍ਰਕਾਰ ਕੇਵਲ ਮੁਕਤੀ ਤੋਂ ਭਾਵ ਉਹ ਮੁਕਤੀ ਜਿਹੜੀ ਮੁੜ ਕੇ ਜੰਮਣ ਤੇ ਮਰਨ ਦੇ ਗੇੜੇ 'ਚ ਆਉਣ ਹੀ ਨਹੀਂ ਦੇਵੇਗੀ, ਉਹਨੂੰ ਕਹਿੰਦੇ ਨੇ ਪਰਮ ਗਤੀ। ਮਰੈ ਨਾ ਆਵੇ ਜਾਈ। ਉਹ ਗੁਰਮੁਖ ਪਿਆਰੇ ਅਮਰ ਹੋ ਗਏ, ਤੇ ਨਾ ਉਹ ਆਉਣਗੇ ਨਾ ਉਹ ਜਾਣਗੇ, ਕਿਉਂਕਿ ਵਾਸ਼ਨਾ ਹੀ ਨਹੀਂ ਨਾ। ਜਿਹੜੇ ਆਪਾਂ ਗੁਰਮੁਖੋਂ ਵਾਰ-ਵਾਰ ਆਉਂਦੇ ਆ ਨਾ, ਭਾਈ ਗੁਰਦਾਸ ਜੀ ਕਹਿੰਦੇ ਨਾਨਕ ਮੇਰ ਸਰੀਰ ਕਾ ਵਾਸ਼ਨਾ ਬੱਧਾ ਆਵੇ ਜਾਵੇ। ਸਾਡੀ ਸੁਰਤੀ ਰਹਿ ਗਈ ਦੁੱਧ ਵਾਲੇ ਪਾਸੇ, ਆਉਣਾ ਪਏਗਾ। ਸਾਡੀ ਸੁਰਤੀ ਰਹਿ ਗਈ ਪੈਸਿਆਂ ਵਾਲੇ ਪਾਸੇ, ਆਉਣਾ ਪਏਗਾ। ਸਾਡੀ ਸੁਰਤੀ ਰਹਿ ਗਈ ਬੱਚਿਆਂ ਵਾਲੇ ਪਾਸੇ, ਆਉਣਾ ਪਏਗਾ। ਸਾਡੀ ਸੁਰਤੀ ਰਹਿ ਗਈ ਧਰਮ ਪਤਨੀ ਤੇ ਪਤੀ ਵਾਲੇ ਪਾਸੇ, ਆਉਣਾ ਪਏਗਾ। ਸ਼ਬਦ ਹੈ ਨਾ ਭਗਤ ਲੋਚਨ ਦਾ, ਅੰਤ ਕਾਲ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੇ ਮਲੇ ਮਰੇ, ਤੇ ਹੋਵੇਗਾ ਕਿ ਵੇਸਵਾ ਜੂਨ ਵਲ ਵਲ ਉਤਰੇ। ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਸੂਕਰ ਜੂਨ ਵਲ ਵਲ ਔਰ ਤਰੇ। ਰੱਬ ਕਹਿੰਦਾ ਨਿਆਣਿਆਂ ਵਾਲੇ ਪਾਸੇ ਖਿਆਲ ਰਹਿ ਗਿਆ, ਬਣ ਜਾ ਸੂਰੀ ਨਿਆਣੇ ਜੰਮ ਜੰਮ ਕੇ ਆਪਣੀ ਰੀਝ ਪੂਰੀ ਕਰ ਲਈ। ਅੰਤ ਕਾਲ ਨਰੈਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਬਦਤ ਲੋਚਨ ਤੇ ਨਰ ਮੁਕਤਾ, ਪਿਤੰਬਰ ਵਾਂ ਕੇ ਹਿਰਦੇ ਬਸੇ। ਹਰ ਹਰ ਨਾਮ ਤੇ ਆਈ। ਇਸ ਕਰਕੇ ਦੁੱਖਾਂ ਦਾ ਹਰ ਘਰੇ ਪਰੇ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਵਾਲੇ ਪਾਸੇ ਮਨ ਨੂੰ ਕੇਂਦਰਿਤ ਰੱਖੋ। ਇਹੋ ਬ੍ਰਹਮ ਵਿਚਾਰ ਸੋ ਜਾਣੈ। ਇਹ ਭਾਈ ਜਿਹੜੇ ਬ੍ਰਹਮ ਦੇ ਪ੍ਰਮਾਤਮਾ ਦੇ ਵਿਚਾਰ ਨੇ ਉਹ ਜਾਣੇਗਾ। ਜਿਸ ਦਇਆਲ ਹੋਏ ਭਗਵਾਨ। ਜਿਹਦੇ ਤੇ ਵਾਹਿਗੁਰੂ ਕਿਰਪਾ ਕਰੇ ਗੁਰਮੁਖੋ, ਇਹਨਾਂ ਗੱਲਾਂ ਨੂੰ ਜਾਣ ਕੇ ਦੂਜਿਆਂ ਨੇ ਕਿੱਥੇ ਜਾਣਨਾ ਹੈ। ਬਾਬਾ ਨਾਨਕ ਪ੍ਰਭ ਸਰਣਾਈ। ਬੇਨਤੀ ਕਰੀਏ ਵਾਹਿਗੁਰੂ ਅਸੀਂ ਤੇਰੀ ਸ਼ਰਨ ਵਿੱਚ ਆਇਆ, ਅਸੀਂ ਤੇਰੀ ਪਨਾਹ 'ਚ ਆਇਆ। ਮੈਂ ਕਈ ਵਾਰਾਂ ਜਿਹੜੇ ਆਪਣੇ ਗੁਰਮੁਖ ਪਿਆਰੇ ਅੰਮ੍ਰਿਤਸਰ ਵਾਲੇ ਵੀਰ ਨੇ ਤੇ ਇਹਨਾਂ ਨੇ ਕਿਤੇ ਗੱਲਾਂ ਬਾਤਾਂ ਕਰੀਦੀਆਂ ਨੇ ਨਾ, ਤੇ ਮੈਂ ਇੱਕੋ ਗੱਲ ਕਹਿੰਦਾ ਨਾ, ਗੁਰਮੁਖੋ ਘਰ ਦਾ ਕੋਠੀ ਦਾ ਮਾਣ ਨਾ ਕਰਿਆ ਕਰੋ। ਗੁਰੂ ਰਾਮਦਾਸ ਦੀਆਂ ਕੋਠੀਆਂ ਨੇ,
ਆਪਾਂ ਨੂੰ ਤਾਂ ਗੁਰੂ ਰਾਮਦਾਸ ਨੇ ਤਰਸ ਕੀਤਾ ਤੇ ਪਨਾਹ ਦਿੱਤੀ ਜੀ ਆਪਣੇ ਚਰਨਾਂ 'ਚ ਗੁਰੂ ਰਾਮਦਾਸ ਦਾ ਧੰਨਵਾਦ ਕਰੋ। ਇਹ ਮਕਾਨ ਸਾਡਾ ਨਹੀਂ, ਇਹ ਮਹਿਲ ਮਾੜੀਆਂ ਸਾਡੀਆਂ ਨਹੀਂ, ਇਹ ਨਗਰ ਵਸਾਇਆ ਗੁਰੂ ਰਾਮਦਾਸ ਨੇ। ਤਾਂ ਤੂੰ ਮਾਲਕ ਕਿੱਥੋਂ ਬਣ ਗਿਓ? ਮਾਲਕ ਤਾਂ ਗੁਰੂ ਰਾਮਦਾਸ ਹੈ। ਇਸ ਕਰਕੇ ਆਪਾਂ ਉਹਦੇ ਪਨਾਹਗੀਰਾਂ ਬਾਬਾ ਨਾਨਕ ਪ੍ਰਭ ਸਰਨਾਏ। ਮੇਰੇ ਗੁਰਦੇਵ ਕਹਿੰਦੇ ਨੇ, ਹੇ ਵਾਹਿਗੁਰੂ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ। ਸਭ ਚਿੰਤਾ ਗਨਤ ਮਿਟਾਈ। ਤੇ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ, ਫਿਰ ਸਿੱਖਾ ਫਿਕਰ ਕਾਹਦਾ, ਤੇਰੀਆਂ ਚਿੰਤਾ ਜਿਹੜਾ ਤੂੰ ਗਿਣਤੀਆਂ ਮਿਣਤੀਆਂ ਕਰਦਾ ਨਾ, ਜਦੋਂ ਇਹਦੇ 'ਚ ਇਸ਼ਨਾਨ ਕਰ ਲਿਆ ਤੇਰੀਆਂ ਗਿਣਤੀਆਂ ਮਿਣਤੀਆਂ ਮੁੱਕ ਜਾਣਗੀਆਂ। ਗੁਰੂ ਸਾਡੇ ਤੇ ਕਿਤੇ ਕਿਰਪਾ ਕਰੇ, ਇਹ ਸਾਡੀ ਅਵਸਥਾ ਬਣੇ। ਹੁਣ ਗੂੰਡ ਰਾਗ ਵਿੱਚ ਜਿਵੇਂ ਬਾਬਾ ਕਬੀਰ ਜੀ ਸਿੱਖਿਆ ਦਿੰਦੇ ਨੇ, ਉਹ ਕਾਹਦੀ ਇਹਦਾ ਭੂਮਿਕਾ ਇਹ ਹੈ। ਇੱਕ ਬਾਬਾ ਆਇਆ, ਕਹਿੰਦਾ ਕਬੀਰ ਜੀ ਗੁੱਸਾ ਨਾ ਕਰਿਆ ਜੇ। ਕਹਿੰਦੇ ਕਿਹੜੀ ਗੱਲ ਦਾ? ਕਹਿੰਦਾ ਨਿਆਣੇ ਤੇਰੇ ਨੇ, ਪਰਿਵਾਰ ਤੇਰਾ, ਤਾਣੀ ਤੂੰ ਤੁਣਦਾ ਤੇ ਤਿੰਨ ਤਿੰਨ ਟਾਈਮ ਤੇ ਰੋਟੀਆਂ ਖਾਣਾ, ਤੂੰ ਕਾਹਦਾ ਸੰਤ ਹੈ? ਬਾਬਾ ਕਬੀਰ ਜੀ ਹੱਸ ਕੇ ਕਹਿਣ ਲੱਗੇ, ਬਾਬਾ ਜੀ ਕਿਵੇਂ? ਕਹਿੰਦੇ ਮੈਂ ਰੋਟੀ ਨਹੀਂ ਖਾਂਦਾ। ਤੇ ਮੈਂ ਫਿਰ ਤੇਰਾ ਵੱਡਾ ਸੰਤ ਹੋਇਆ ਨਾ। ਜਿਹੜਾ ਆਪਣੇ ਆਪ ਨੂੰ ਵੱਡਾ ਸੰਤ ਕਹਿੰਦਾ ਸੀ ਰੋਟੀ ਨਹੀਂ ਖਾਂਦਾ, ਉਹਨੂੰ ਬਾਬਾ ਕਬੀਰ ਜੀ ਸਮਝਾ ਰਹੇ ਹਨ। ਗੋਂਡ ਧੰਨ ਗੋਪਾਲ ਧੰਨ ਗੁਰਦੇਵ। ਕਹਿੰਦੇ ਮਿੱਤਰਾ ਤੂੰ ਧਨਤਾ ਦੇ ਯੋਗ ਨਹੀਂ, ਜਿਹੜਾ ਸ੍ਰਿਸ਼ਟੀ ਨੂੰ ਪਾਲ ਵਾਲਾ ਉਹ ਧਨਤਾ ਦੇ ਯੋਗ ਹੈ। ਜਿਹੜਾ ਪ੍ਰਕਾਸ਼ ਸੂ ਪ੍ਰਮਾਤਮਾ ਉਹ ਧਨਤਾ ਦੇ ਯੋਗ ਹੈ। ਧੰਨ ਅਨਾਦ ਭੂਖੇ ਕਵਲ ਟਹਿ ਕੇਵ। ਭਾਈ ਆਨੰਦ ਦੀ ਨਿੰਦਿਆ ਕਰੀ ਜਾ, ਮੈਂ ਨਹੀਂ ਕਰਨੀ। ਬੰਦਾ ਭੁੱਖਾ ਵੇ ਤੇ ਚਿਹਰਾ ਮਰਝਾਇਆ ਹੁੰਦਾ, ਤੇ ਜਦੋਂ ਗੁਰਮੁਖੋਂ ਰੋਟੀ ਪਾਣੀ ਖਾ ਲਈਏ ਨਾ, ਐਨ ਚਿਹਰੇ ਤੇ ਰੌਣਕ ਆ ਜਾਂਦੀ ਹੈ। ਕਵਲ ਟਹਿ ਕੇਵ, ਜਿਵੇਂ ਕਵਲ ਟਹਿਕ ਰਹਿਦਾ ਨਾ, ਇਸ ਪ੍ਰਕਾਰ ਇਸ ਆਨੰਦ ਦੇ ਖਾਣ ਕਰਕੇ ਮਨ ਟਹਿ ਸਰੀਰ ਟਹਿਕ ਜਾਂਦਾ ਹੈ। ਧੰਨ ਹੋਏ ਸੰਤ ਜਿਨ ਐਸੀ ਜਾਨੀ। ਕਹਿੰਦੇ ਭਾਈ ਧੰਨ ਉਹ ਸੰਤ ਨੇ ਜਿਨ੍ਹਾਂ ਨੇ ਇਹੋ ਜੀ ਗੱਲ ਨੂੰ ਜਾਣ ਲਿਆ। ਆ ਮੇਰੀਆਂ ਭੈਣਾਂ ਬੱਚੀਆਂ ਬੈਠੀਆਂ ਨੇ, ਇਹ ਆਮ ਬਾਬਿਆਂ ਦੀਆਂ ਬੜੀਆਂ ਸਪੋਰਟਰ ਨੇ, ਸਪੋਰਟਰ। ਗਿਆਨੀ ਜੀ ਸਾਡੇ ਬਾਬਾ ਜੀ ਰੋਟੀ ਬੜੀ ਘੱਟ ਖਾਂਦੇ। ਮੈਂ ਕਿਹਾ ਭੈਣਾਂ ਕਾਹਨੂੰ ਖਾਣੀਆਂ ਨੇ? 3 ਐਪਲ ਜੂਸ ਦੀਆਂ ਸ਼ੀਸ਼ੀਆਂ ਪੀਤੀਆਂ ਤੇ ਰੋਟੀ ਦਾ ਖਾਊ ਭਾਈ ਜਸਵੰਤ ਸਿੰਘ। 3 ਐਪਲ ਜੂਸ ਦੀਆਂ ਸ਼ੀਸ਼ੀਆਂ ਬਾਬਾ ਪੀ ਗਿਆ ਲਗਾਤਾਰ ਇੱਕੇ ਝੀਕ ਨਾਲ। ਤੇ ਬੇਬੀ ਕਹਿੰਦੀ ਬਾਬਾ ਰੋਟੀ ਨਹੀਂ ਖਾਂਦਾ, ਪਖੰਡ ਨਹੀਂ। ਇੱਕ ਮੇਰੇ ਨਾਲ ਵਾਪਰੀ, ਮੈਂ ਕਿਤੇ ਕਥਾ ਕਰਨ ਗਿਆ, ਸ਼ਾਮ ਕਰਕੇ ਰੋਟੀ ਘਰੋਂ ਖਾ ਕੇ ਜਾਈਦਾ, ਤੇ ਮੈਂ ਕਿਹਾ ਵੀ ਉੱਥੇ ਗੁਰਦੁਆਰੇ ਕਥਾ ਕਰਨੀ, ਉੱਥੇ ਛਕ ਲਾਂਗੇ। ਉੱਥੇ ਵੇਖਿਆ ਤੇ ਨਾ ਰੋਟੀ ਨਾ ਪਾਣੀ। ਮੈਂ ਡਰਾਈਵਰ ਨੂੰ ਆਖਿਆ ਵੀ ਚੰਗਾ ਭੁੱਖਾ ਮਾਰਿਆ। ਕਹਿਣ ਲੱਗਾ ਗਿਆਨੀ ਸਬਰ ਕਰਿਆ ਕਰੋ, ਕਾਹਲੇ ਨਾ ਪਿਆ ਕਰੋ, ਤੁਹਾਡੇ 'ਚ ਇਹੋ ਹੈ ਵੀ ਤੁਸੀਂ ਕਾਹਲੇ ਬੜੇ, ਵੇਖੋ ਤਾਂ ਸਹੀ। ਮੈਂ ਕਿਹਾ ਨਾ ਇੱਥੇ ਲੰਗਰ, ਨਾ ਕੋਈ ਧੂੰਆਂ, ਨਾ ਗੱਲਬਾਤ, ਮੈਂ ਕਥਾ ਨਹੀਂ ਕਰਨੀ। ਕਹਿੰਦਾ ਇਸ ਤਰ੍ਹਾਂ ਥੋੜ੍ਹਾ ਉੱਚਾਪਣਾ ਨਾ ਕਰਿਆ ਕਰੋ, ਤੁਸੀਂ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਹੋ, ਜੇਰਾ ਕਰੋ, ਵੇਖਿਆ ਜੇ ਕੀ ਬਣਦਾ। ਉਹ ਕਹਿੰਦੇ ਗਿਆਨੀ ਜੀ ਕਥਾ ਤਾਂ ਹੋਣੀ ਲੇਟ, ਤੇ ਪ੍ਰਸ਼ਾਦਾ ਛਕ ਲਓ। ਜਦੋਂ ਗੁਰਮੁਖੋ ਕਮਰੇ 'ਚ ਗਏ ਤੇ ਉੱਥੇ ਟਿਫਨ ਖੁੱਲੇ ਤੇ ਵਨ ਉਹਦੇ ਵਨਸਵਨੀਆਂ ਸਬਜ਼ੀਆਂ ਤੇ ਪਕਵਾਨ। ਤੇ ਮੈਂ ਡਰਾਈਵਰ ਨੂੰ ਆਖਿਆ ਵੀ ਗੁਰਮੁਖਾ ਮੈਂ ਇੱਥੇ ਰਹਿ ਨਾ ਪਾਵਾਂ, ਮੈਂ ਜੇ ਦਿਹਾੜੀ ਡੰਗ ਤੇ ਮੇਰੀ ਸਿਹਤ ਬਣ ਜਾਏ। ਲੰਗਰ ਨਹੀਂ ਛਕਣਾ ਪਰ ਟਿਫਨਾਂ ਵਿੱਚ ਮਾਲ ਆਉਂਦਾ ਹੈ। ਇਹ ਗੁਰਮੁਖੋ ਪਖੰਡ ਹੈ, ਧਰਮ ਦੇ ਨਾਂ ਤੇ ਪਖੰਡ। ਆਖੇ ਲੰਗਰ ਨਹੀਂ ਪਕਦਾ ਤੇ ਲੰਗਰ ਖਾਂਦੇ ਨਹੀਂ। ਲੰਗਰ ਤੋਂ ਬਿਨਾਂ ਤਾਂ ਗੱਲ ਬਣਨੀ ਨਹੀਂ। ਇੱਕ ਮਲ ਮੇਰੀ ਗੱਲ ਯਾਦ ਰੱਖਿਆ ਜੇ, ਮੈਂ ਗੁੱਸੇ ਨਾਲ ਨਹੀਂ ਕਹਿ ਰਿਹਾ। ਇਹ ਲੰਗਰ ਉਹ ਹੈ, ਸਾਡੇ ਬਾਪੂ ਨੇ ਆਪਣੇ ਮੂੰਹ ਤੇ ਚਪੇੜਾਂ ਖਾ ਕੇ ਆਖਿਆ ਸੀ, ਬਾਪੂ ਭਾਵੇਂ 4 ਚਪੇੜਾਂ ਹੋਰ ਮਾਰ ਲਾ, ਮੈਂ ਭੁੱਖਾ ਨਹੀਂ ਵੇਖ ਸਕਦਾ। ਲੰਗਰ ਦੀ ਵਿਰੋਧਤਾ ਕਰਨੀ, ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੀ ਵਿਰੋਧਤਾ ਕਰਨੀ ਹੈ। ਲੰਗਰ ਦੀ ਵਿਰੋਧਤਾ ਕਰਨੀ, ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੀ ਲੰਘਣਾ ਕਰਨੀ ਹੈ। ਜੇ ਮੇਰੀ ਮੰਨੋ ਤੇ ਮੈਂ ਬੇਨਤੀ ਕਰਾਂਗਾ, ਜਿੰਨੇ ਆਪਣੇ ਘਰ ਨੇ, ਇਹ ਗੁਰੂ ਨਾਨਕ ਦਾ ਲੰਗਰ ਜੀ, ਗੁਰੂ ਨਾਨਕ ਦਾ। ਸਾਡੇ ਬੂਹੇ ਅੱਗੇ ਕੋਈ ਵੀ ਆਵੇ ਤੇ ਆ ਕੇ ਪ੍ਰਸ਼ਾਦਾ ਛਕਣਾ, ਉਹਨੂੰ ਇਹ ਨਾ ਕਿਹਾ ਕਰੋ ਵੀ ਪੱਕਿਆ ਨਹੀਂ, ਜਾਂ ਠਹਿਰ ਜਾ, ਜਾਂ ਕੱਲ੍ਹ ਆਵੀਂ। ਅਸੀਂ ਗੁਰੂ ਕੇ ਦੇਣਦਾਰ ਹੋਵਾਂਗੇ, ਉਹਨੂੰ ਕਹੀਏ ਵੀ ਗੁਰਮੁਖਾ ਬਹਿ ਜਾ, ਪਰ ਸਬਜ਼ੀ ਨਹੀਂ, 4 ਤੇ ਗੰਢਾ ਤੈਨੂੰ ਦੇਨੇ ਆ, 2 ਪ੍ਰਸ਼ਾਦਾ ਛਕ ਲਾ, ਤੇ ਜੇ ਬਹਿ ਜਾਏਗੇ ਤੈਨੂੰ ਤਿਆਰ ਕਰਕੇ ਦੇਨੇ ਆ। ਲੰਗਰ ਦੀ ਕਦਰ ਕਰਿਆ ਕਰੋ। ਸਾਡੀਆਂ ਬੀਬੀਆਂ ਭੈਣਾਂ, ਆ ਇੱਕ ਮੈਂ ਪਹਿਲਾਂ ਨਾਲ ਸਪਸ਼ਟੀਕਰਨ ਕਰਦਿਆਂ, ਕਿਉਂਕਿ ਮੁੜ ਕੇ ਕੇਸ ਹੋ ਜਾਂਦਾ, ਮੇਰੇ ਤੇ ਅੱਗੇ ਹੋਇਆ ਸੀ ਨਾ। ਮੈਂ ਹਿੰਦੂ ਬੀਬੀਆਂ ਨੂੰ ਨਹੀਂ ਕਹਿੰਦਾ, ਮੈਂ ਆਪਣੀਆਂ ਸਿੱਖ ਬੱਚੀਆਂ ਨੂੰ ਕਹਿੰਦਾ। ਅਖੇ ਕਰਵਾ ਚੌਥ ਦਾ ਵਰਤ, ਇਹਦੀ ਇੰਪੋਰਟੈਂਸ ਕੀ? ਮੈਂ ਕਿਹਾ ਵੀ ਇਹਦਾ ਇੰਪੋਰਟੈਂਸ ਇਹ ਹੈ, ਪਤੀ ਦਾ ਬੀਮਾ।
ਅੜਾ ਸਿੰਘ ਸਾਹਿਬ ਜਗਤਾਰ ਸਿੰਘ ਨੇ ਮੇਰੇ ਸ਼ਾਗਿਰਦ ਨੇ, ਤੇ ਮੈਨੂੰ ਇਹ ਜਿਹੀ ਪੁੱਠੀਆਂ ਸਿੱਧੀਆਂ ਗੱਲਾਂ ਪੁੱਛਦੇ ਆ ਕਿ ਉਸਤਾਦ ਜੀ ਜੇ ਭਲਾ ਕਰਵਾ ਚੌਥ ਦੀ ਮੈਂ ਅਰਥ ਕਰਾਂ ਤੇ ਤੁਸੀਂ ਕੀ ਅਰਥ ਕਰੋਗੇ? ਮੈਂ ਕਿਹਾ ਤਾਂ ਅਰਥ ਕਰਵਾ ਪਤੀ ਦਾ ਬੀਮਾ। ਆਖੇ ਕਿਵੇਂ? ਮੈਂ ਕਿਹਾ ਬੀਬੀਆਂ ਕਹਿੰਦੀਆਂ ਵੀ ਜਿਹੜੀ ਬੀਬੀ ਕਰਵਾ ਚੌਥ ਦਾ ਵਰਤ ਰੱਖ ਲੈਂਦੀ ਉਹਦਾ ਪਤੀ ਸਾਲ ਨਹੀਂ ਮਰਦਾ। ਕਿੱਡਾ ਵਧੀਆ ਕੰਮ ਹੈ। ਤੇ ਨਾਲ ਕਹਿਣਗੀਆਂ 11,000 ਦਾ ਸੂਟ, 3 ਪਾ ਫੈਣੀਆਂ, 12 ਕੇਲੇ ਤੇ ਡਿਸ਼ ਸੇਬ, ਇਹ ਮੇਰੇ ਲਈ ਪਰਸੋਂ ਲਈ ਆ ਜੇ ਮੇਰਾ ਵਰਤ ਹੈ। ਅੱਗੇ ਪਿੱਛੇ ਸਸਤਾ 5100 ਦਾ, ਅੱਜ 13,000 ਦਾ। ਤੇ ਬੰਦਾ ਕਹਿੰਦਾ ਮੇਰਾ ਹੱਥ ਟਾਈਟ, ਕਹਿਣ ਲੱਗੀ ਤੇਰਾ ਸਿਆਪਾ ਕਰਨਾ ਹੈ। ਵੇਖੋ ਲਫ਼ਜ਼ ਸਿਆਪਾ ਕਰਨਾ ਤੇਰਾ। ਅਗਲੇ ਦਿਨ ਵਰਤ ਤੇ ਕਹਿਣ ਲੱਗੀ ਟਾਈਮ ਨਾਲ ਉੱਠਿਆ ਜੀ, ਨਲਕ ਕਈ ਵਾਰ ਉਂਤਰੇ ਬਿਜਲੀ ਵਾਲੇ ਲਾਈਟ ਨਹੀਂ ਭੇਜਦੇ ਤੇ ਮੈਂ ਇਸ਼ਨਾਨ ਕਰਨਾ, ਉਹਨੇ ਬਾਲਟੀ ਭਰ ਦਿੱਤੀ ਰਾਤ ਨੂੰ ਹੀ ਝੁੱਡੂ ਨੇ। ਦਿਨ ਚੜਿਆ ਤੇ ਕਹਿਣ ਲੱਗੀ ਮੈਂ ਨਹਾ ਆਵਾਂ, ਤੁਸੀਂ ਉਹਨਾਂ ਚਿਰ ਫੈਣੀਆਂ ਬਾਲ ਦਿਓ। ਫੈਣੀਆਂ ਤਾਂ ਉਬਲੀਆਂ ਹੁੰਦੀਆਂ ਨੇ। ਬੀਬੇ ਨੇ ਇਸ਼ਨਾਨਪਨ ਕੀਤਾ ਤੇ ਬੰਦੇ ਨੇ ਫੈਣੀਆਂ ਬਾਲ ਕੇ ਥਾਲੀ 'ਚ ਪਾਈਆਂ ਤੇ ਬੰਦਾ ਝਾਕੇ ਵੀ ਸ਼ਾਇਦ ਮੈਨੂੰ ਕੌਲੀ ਵਿੱਚ ਪਾ ਕੇ ਦੇ ਭੋਰਾ ਮਾਸਾ। ਕਹਿਣ ਲੱਗੀ ਮੇਰੇ ਵੱਲ ਕੀ ਵੇਖਦੇ, ਮੇਰਾ ਤਾਂ ਵਰਤ ਹੈ। 3 ਪਾ ਦੀਆਂ 3 ਪਾ ਫੈਣੀਆਂ ਚੱਟ ਗਈ ਬੀਬੀ। ਇਹ ਆਖੇ ਵਰਤ। 3 ਪਾ ਫੈਣੀਆਂ ਚੱਪ ਗਈ। ਕੇਲਿਆਂ ਦੀ ਵਾਰੀ ਆਈ ਤੇ ਕਹਿਣ ਲੱਗੀ ਮੈਨੂੰ ਕੇਲੇ ਧੋ ਕੇ ਦੇ ਦਿਓ, ਧੋ ਕੇ। ਉਹਨੇ ਧੋਤੇ ਵਿਚਾਰੇ ਨੇ। ਕਹਿੰਦੀ ਜੀ ਇਉਂ ਕਰੋ ਵੀ ਇਉਂ ਮੈਨੂੰ 9 ਕੇਲੇ ਅੱਡ ਕਰ ਦਿਓ। ਕਹਿਣ ਲੱਗਾ ਕਾਹਦੇ ਲਈ? ਕਹਿਣ ਲੱਗੀ ਮੇਰਾ ਵਰਤ ਜੂ ਹੋਇਆ। 1 ਕੇਲਾ ਗੁੱਡੀ ਦਾ, 1 ਕਾਕੇ ਦਾ, 1 ਤੁਹਾਡਾ ਤੇ 9 ਕੇਲੇ ਮੇਰੇ ਤੇ ਸੇਬ ਸਾਰੇ ਛਿਲ ਦਿਓ ਤੇ ਅਜੇ ਵਰਤ। ਕਿਤੇ ਬੁਰਾ ਨਾ ਮੰਨਿਆ ਜੇ ਮੈਂ ਬੇਨਤੀ ਕਰਾਂਗਾ ਵੀ ਕਿਤੇ ਮੈਨੂੰ ਇਹ ਖਰਾਕ ਹੋਣ ਬੀਬੀਆਂ ਕਰਵਾ ਚੌਥ ਦੀਆਂ ਵਰਤ ਕਰਦੀਆਂ ਤੇ ਮੈਨੂੰ ਜਾਪਦਾ ਵੀ ਮੈਂ ਬੁੱਢਾ ਹੀ ਨਹੀਂ ਹੋਣਾ। ਇਹ ਪਖੰਡ ਜੇ। ਸਾਡਾ ਗੁਰੂ ਕਹਿੰਦਾ ਹੈ ਕਾਲ ਖਾਏ ਕੇ ਛੱਥੋਂ ਦੇ, ਨਾਨ ਕਰਾਓ ਪਛਾਣੇ ਸੇ, ਅਲਪਹਾਰ ਸੁਲਪ ਸੀ ਨਿੰਦਰਾ। ਮੈਂ ਪਹਿਲਾਂ ਵੀ ਬੇਨਤੀ ਕੀਤੀ ਕਿ ਮੈਂ ਇਹ ਗੱਲ ਆਪਣੀਆਂ ਸਿੱਖ ਬੱਚੀਆਂ ਨੂੰ, ਕਈ ਹਿੰਦੂ ਬੀਬੀਆਂ ਨੂੰ ਮੈਂ ਨਹੀਂ ਕਹਿ ਸਕਦਾ ਕਿਉਂਕਿ ਉਹਨਾਂ ਦਾ ਧਰਮ ਹੈ। ਕੱਲ ਨੂੰ ਤੁਸੀਂ ਕਹੋ ਵੀ ਗਿਆਨੀ ਜੀ ਮਾਫੀ ਮੰਗੋ, ਉਹਨਾਂ ਨੂੰ ਮੈਂ ਕਿਹਾ ਹੀ ਨਹੀਂ। ਮੈਂ ਕੇਵਲ ਤੇ ਕੇਵਲ ਆਪਣੀਆਂ ਸਿੱਖ ਬੱਚੀਆਂ ਧੀਆਂ ਭੈਣਾਂ ਨੂੰ ਕਹਿਣਾ, ਧੀਓ ਇਹ ਲੰਗਰ ਸਾਡੇ ਬਾਪੂ ਨੇ ਮੂੰਹ ਤੇ ਚਪੇੜਾਂ ਖਾ ਕੇ ਚਾਰਿਆ ਸੀ, ਉਸ ਲੰਗਰ ਦਾ ਅਪਮਾਨ ਨਾ ਕਰੋ। ਤਿੰਨ ਕੋ ਮਿਲਬੋ ਸਾਰਿੰਗ ਪਾਣੀ। ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਤੇ ਬਾਬਾ ਕਬੀਰ ਜੀ ਕਹਿੰਦੇ ਰੱਬ ਮਿਲ ਪਿਆ ਉਹਨਾਂ ਨੂੰ। ਆਦ ਪੁਰਖ ਤੇ ਹੋਏ ਅਨਾਦ। ਇਹ ਭਾਈ ਕਿਸੇ ਬੰਦੇ ਦਾ ਬਣਾਇਆ ਅੰਨ ਨਹੀਂ, ਪਰਮੇਸ਼ਰ ਨੇ ਬਣਾਇਆ ਹੈ। ਜਪੀਐ ਨਾਮ ਅੰਨ ਕੈ ਸਾਧ। ਜੇ ਬੰਦਾ ਭੁੱਖਾ ਹੋਵੇ ਤੇ ਗੁਰਮੁਖ ਭਾਵੇਂ ਜਾਪ ਸਾਹਿਬ ਪੜੀਏ, ਖੁਦਾ ਸੁਦਾ ਰੋਟੀ 'ਚ ਰਹਿੰਦੀ ਹੈ। ਮੇਰੇ ਪਾਤਸ਼ਾਹ ਕਹਿੰਦੇ ਅੰਨ ਦਾ ਸਵਾਦ ਲੈ ਕਰ, ਬਾਬਾ ਕਬੀਰ ਜੀ ਕਹਿੰਦੇ ਨੇ ਨਾਲੇ ਅੰਨ ਦਾ ਸਵਾਦ ਲੈ, ਨਾਲੇ ਨਾਮ ਜਪਣਾ ਕਰ ਰਹਾਓ। ਹਾਂਜੀ, ਜਪੀਐ ਨਾਮ ਜਪੀਐ ਅੰਨ। ਪਰਮਾਤਮਾ ਦਾ ਨਾਮ ਵੀ ਜਪ ਤੇ ਅੰਨ ਦਾ ਚੇਤਾ ਵੀ ਰੱਖ, ਭੋਜਨ ਦਾ। ਅੰਬੈ ਕੈ ਸੰਗ ਨੀਕਾ ਵਨ। ਅੰਬੇ ਦਾ ਭਾਵ ਪਾਣੀ। ਜਦੋਂ ਪਾਣੀ ਦੇ ਨਾਲ ਇਹ ਅੰਨ ਜੁੜ ਜਾਏ ਇਹਦਾ ਹੋਰ ਰੰਗ ਵੱਧ ਜਾਂਦਾ। ਜਿਵੇਂ ਆਪਾਂ ਵਨ ਸੋਨੇ ਪਕਵਾਨ ਖਾਂਦੇ ਹਾਂ। ਅੰਨੈ ਬਾਹਰ ਜੋ ਨਰ ਹੋਵ। ਜਿਹੜਾ ਭਾਈ ਅੰਨ ਦਾ ਤਿਆਗ ਕਰਦਾ, ਵੇਖ ਲਓ ਕਿੱਡੀ ਵੱਡੀ ਸਜ਼ਾ। ਆਪਾਂ ਕਹਿੰਦੇ ਰੋਟੀ ਨਹੀਂ ਖਾਣੀ, ਵਰਤ ਰੱਖਣਾ। ਬਾਬਾ ਕਬੀਰ ਜੀ ਕਹਿੰਦੇ ਉਹ ਮਨੁੱਖ ਜਿਹੜੇ ਇਸ ਅੰਨ ਤੋਂ ਬਾਹਰ ਹਨ, ਤੀਨ ਭਵਨ ਮਹਿ ਆਪਣੀ ਖੋਵ। ਉਹ 3 ਭਵਨਾਂ ਵਿੱਚ ਆਪਣੀ ਪੱਤ ਖਰਾਬ ਕਰਦੇ ਹਨ। ਅਥਵਾ ਅੰਨੇ ਤੋਂ ਭਾਵ ਦਵੈਤ ਰੂਪੀ ਪਰਮਾਤਮਾ ਵਾਲੇ ਪਾਸੇ ਤੋਂ ਜਿਹੜੇ ਪਾਸੇ ਹੋ ਗਏ, ਉਹਨਾਂ ਨੇ 3 ਭਵਨਾਂ ਵਿੱਚ ਆਪਣੀ ਪੱਤ ਨੂੰ ਬਰਬਾਦ ਕਰ ਲਿਆ। ਛੋਡਹਿ ਅੰਨ ਕਰਹਿ ਪਾਖੰਡ। ਕਹਿੰਦੇ ਇਸ ਪ੍ਰਕਾਰ ਇਹ ਅੰਨ ਨੂੰ ਛੱਡ ਕੇ ਪਖੰਡ ਕਰਦਾ ਹੈ। ਨਾ ਸੁਹਾਗਨ ਨਾ ਉਹ ਨਾ ਰੰਡ। ਉਹਦੇ ਸੁਹਾਗਣਾਂ 'ਚ ਗਿਣਤੀ ਤੇ ਨਾ ਰੰਡੀਆਂ ਦੇ ਵਿੱਚ। ਜਗ ਮੈਂ ਬਕਤੇ ਦੂਦਾ ਧਾਰੀ। ਲੋਕਾਂ 'ਚ ਆਪਾਂ ਪ੍ਰਚਾਰ ਕਰਾਉਣੇ ਵੀ ਮੈਂ ਕੇਵਲ ਤੇ ਕੇਵਲ ਦੁੱਧ ਪੀਂਦਾ ਹਾਂ। ਗੁਪਤੀ ਖਾਵੇ ਵਟਕਾ ਸਾਰੀ। ਉਂਝ ਪਰਦੇ ਦੇ ਨਾਲ ਵੱਟ ਕਰਕੇ ਪਿੰਨੀਆਂ ਖਾਂਦੇ ਨੇ। ਕਸਾਰੀ ਤੋਂ ਭਾਵ ਪਿੰਨੀਆਂ, ਪਰਦੇ ਨਾਲ ਪਿੰਨੀਆਂ ਖਾਂਦੇ ਨੇ। ਉਂਝ ਕਹਿੰਦੇ ਮੈਂ ਦੁੱਧ ਪੀਂਦਾ, ਮੈਂ ਰੋਟੀ ਨਹੀਂ ਖਾਂਦਾ। ਅੰਨੈ ਬਿਨਾ ਨਾ ਹੋਏ ਸੁਕਾਲ। ਦੇਖੋ ਜੇ ਬੰਦਾ ਅੰਨ ਨਾ ਛਕਿਆ ਆਵੇ ਤੇ ਉਹਦਾ ਚੰਗਾ ਸਮਾਂ ਨਹੀਂ ਲੰਘਦਾ। ਉਹਦਾ ਮਨ ਅੰਨ ਵਾਲੇ ਪਾਸੇ ਵੱਲ ਜਾਵੇਗਾ, ਟਿਕੇਗਾ ਨਹੀਂ। ਤਜੇ ਅੰਨ ਨਾ ਮਿਲੇ ਗੋਪਾਲ। ਬਾਬਾ ਕਬੀਰ ਜੀ ਨਿਰਣਾ ਕੀਤਾ, ਗੁਰਮੁਖਾ ਇਸ ਅੰਨ ਨੂੰ ਛੱਡਣ ਕਰਕੇ ਭਗਵਾਨ ਦੀ ਪ੍ਰਾਪਤੀ ਨਹੀਂ। ਕਹੋ ਕਬੀਰ ਹਮ ਐਸੇ ਜਾਣਿਆ। ਬਾਬਾ ਕਬੀਰ ਜੀ ਕਹਿੰਦੇ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਗੱਲ ਨੂੰ ਸਮਝ ਲਿਆ, ਧੰਨ ਅਨਾਦ ਠਾਕੁਰ ਮਨ ਮਾਨਿਆ। ਉਹਨਾਂ ਦਾ ਭਾਈ ਉਸ ਦਵੈਤ ਰੂਪੀ ਪ੍ਰਮਾਤਮਾ ਦੇ ਉੱਪਰ ਮਨ ਮੰਨ ਗਿਆ ਹੈ। ਰਾਗ ਗੋਂਡ ਬਾਣੀ ਨਾਮ ਦਿਓ ਜੀ ਕੀ। ਗੋਂਡ ਰਾਗ ਵਿੱਚ
ਬਾਬਾ ਨਾਮਦੇਵ ਜੀ ਕਿਰਪਾ ਕਰਕੇ ਇਹ ਚਾਰ ਰਹੇ ਹਨ। ਘਰ ਪਹਿਲਾ ਪਹਿਲੇ ਘਰ ਸੁਰਤਾਲ ਵਿੱਚ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਰੂਪੀ ਪ੍ਰਮਾਤਮਾ ਸੱਚੇ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਅਸਮੇਧ ਜਗਨੇ, ਕਹਿੰਦੇ ਆਸਮ ਵਿੱਚ ਜਗ ਕਰਨਾ ਕਰੇ। ਪੁਰਾਣੇ ਜ਼ਮਾਨੇ 'ਚ ਰਾਜੇ ਲੋਕ ਘੋੜਿਆਂ ਨੂੰ ਛੱਡ ਦੇਣਾ ਸਾਲ ਸਾਲ, ਤੇ ਜਿਹਨੇ ਫੜਨਾ ਉਹਦੇ ਨਾਲ ਟੱਕਰ ਲੈਣੀ ਵੀ ਤੂੰ ਮੇਰਾ ਘੋੜਾ ਕਿਉਂ ਫੜਿਆ। ਔਰ ਸਾਲ ਤੋਂ ਬਾਅਦ ਜੇ ਕਿਸੇ ਨੇ ਉਸ ਘੋੜੇ ਨੂੰ ਨਹੀਂ ਫੜਿਆ ਨਾ, ਤੇ ਚਿੱਟੇ ਰੰਗ ਦੇ ਘੋੜੇ ਨੂੰ ਜਿਵੇਂ ਹਵਨ ਕਰਦੇ ਨੇ ਸਾਡੇ ਹਿੰਦੂ ਵੀਰ, ਇਸ ਪ੍ਰਕਾਰ ਉਸ ਘੋੜੇ ਦੇ ਸਰੀਰ ਦੀਆਂ ਬੂਟੀਆਂ ਕਰਕੇ ਇਹ ਜਗ ਕਰਦੇ ਸਨ। ਤੁਲਾ ਪੁਰਖ ਦਾਨੇ, ਤੁਲਾ ਪੁਰਖ ਦਾਨੇ ਤੋਂ ਭਾਵ ਹੁੰਦਾ ਵੀ ਤੋਲ ਕਰਕੇ ਦਾਨ ਕਰ ਦੇਣਾ। ਜਿਵੇਂ ਕਹਿੰਦੇ ਨੇ ਵੀ ਭਾਈ ਤੁਸੀਂ ਮਾਂ ਦੇ ਦਾਲ ਇਹਦੇ ਨਾਲ ਤੋਲ ਕੇ ਦਾਨ ਕਰ ਦਿਓ, ਇਸੇ ਤਰ੍ਹਾਂ ਪੁਰਾਣੇ ਜ਼ਮਾਨੇ 'ਚ ਇਸਤਰੀ ਦਾਨ ਵੀ ਕਰਦੇ ਸਨ। ਹੋਰ ਕਈ ਤਰ੍ਹਾਂ ਦੇ ਪਦਾਰਥ, ਸੋਨਾ ਆ ਦਾਨ ਕਰਨਾ। ਇਹ ਕਹਿੰਦੇ ਤੁਲਾ ਪੁਰਖ ਆਪਣੇ ਨਾਲ ਪਦਾਰਥਾਂ ਨੂੰ ਤੋਲ ਕਰਕੇ ਦਾਨ ਆਦ ਕਰ ਲੈ। ਪ੍ਰਾਗ ਇਸ ਨਾਨੇ, ਪ੍ਰਾਗ ਜੋ ਇਸ ਪ੍ਰਕਾਰ ਪ੍ਰਾਗਰਾਜ ਜੋ ਹਿੰਦੂਆਂ ਦਾ ਮਹਾਨ ਤੀਰਥ ਹੈ, ਜਿੱਥੇ ਸਰਸਵਤੀ ਜਮਨਾ ਤੇ ਗੋਦਾਵਰੀ, ਸਰਸਵਤੀ ਗੰਗਾ ਤੇ ਜਮਨਾ ਇਹ ਤਿੰਨ ਨਦੀਆਂ ਮਿਲਦੀਆਂ ਨੇ, ਉਹਨੂੰ ਕਹਿੰਦੇ ਨੇ ਪ੍ਰਾਗ। ਉਸ ਪ੍ਰਾਗ ਰਾਜ ਵਾਲੀ ਥਾਂ ਤੇ ਜਾ ਕੇ ਇਸ਼ਨਾਨ ਕਰ ਲੈ ਭਾਵੇਂ, ਤਉ ਨਾ ਪੂਜਹਿ ਹਰ ਕੀਰਤ ਨਾਮਾ, ਪਰ ਪਰਮਾਤਮਾ ਦੇ ਨਾਮ ਦੀ ਵਡਿਆਈ ਦੇ ਬਰਾਬਰ ਨਹੀਂ। ਆਪਣੇ ਰਾਮ ਭਾਜਰੇ ਮਨ ਆਲਸੀਆ, ਮੇਰੇ ਦਲਿਦਰੀਆ ਮਨਾ ਉਸ ਆਪਣੇ ਰਾਮ ਨੂੰ ਆਪਣਾ ਜਾਣ ਕਰਕੇ ਚੇਤੇ ਕਰਨਾ ਕਰ। ਆਲਸੀਆ ਤੋਂ ਭਾਵ ਦਲਿਦਰੀਆ ਰਹਾਓ, ਬਸਰਾਮ ਦੇ ਕਰਕੇ ਕਿਰਪਾ ਕਰਦੇ ਹਨ। ਗਿਆ ਪਿੰਡ ਭਰਤਾ, ਬੜੀਆਂ ਗੁਰਮੁਖੋ ਜੀਵ ਗੱਲਾਂ ਸਾਡੇ ਪੁਰਾਤਨ ਇਤਿਹਾਸ ਵਿੱਚ ਮਿਲਦੀਆਂ ਨੇ। ਮਿਥਿਹਾਸ ਵਿੱਚ ਇੱਕ ਗਿਆਸਰ ਨਾਮ ਦਾ ਦੈਂਤ ਹੋਇਆ ਜੇ, ਉਹਨੇ ਵੀ ਬੰਦਗੀ ਕੀਤੀ। ਮੈਂ ਹੈਰਾਨ ਹਾਂ ਵੀ ਪਿੱਖੂ ਕਿੱਡੀ ਪਾਰਟੀ ਭਾਰੀ ਵੀ ਜੇ ਦੈਂਤ ਨੇ ਬੰਦਗੀ ਕੀਤੀ, ਦੇਵਤਿਆਂ ਦੇ ਮਨ ਚੀਰ ਕਾਹਦੇ, ਉਹ ਦੇਵਤੇ ਕਾਹਦੇ ਹੋਏ। ਉਸ ਗਿਆਸਰ ਨੇ ਵਰ ਲੈ ਲਿਆ ਵੀ ਜਿਹੜੇ ਮੇਰੇ ਦਰਸ਼ਨ ਕਰੇਗਾ ਉਹ ਮੁਕਤ ਹੋ ਜਾਏਗਾ। ਤੇ ਦੇਵਤਿਆਂ ਨੇ ਜਾ ਕੇ ਰੱਬ ਕੋਲ ਪ੍ਰੋਟੈਸਟ ਕੀਤਾ ਵੀ ਇਹ ਤਾਂ ਕੰਮ ਗਲਤ ਹੋ ਗਿਆ, ਸਾਨੂੰ ਕਿਸੇ ਪੁੱਛਣਾ ਨਹੀਂ। ਆਖਰਕਾਰ ਉਸ ਗਿਆਸਰ ਦੇ ਕੋਲੋਂ ਦਾ ਸਰੀਰ ਮੰਗਿਆ ਗਿਆ। ਜੋ ਮੈਂ ਗ੍ਰੰਥਾਂ 'ਚ ਪੜਿਆ ਉਹਦੇ ਮੁਤਾਬਕ ਉਹ 125 ਗਜ ਲੰਮਾ, ਮਾਫ ਕਰਨਾ 125 ਜੋਜਨ ਲੰਮਾ ਤੇ 45 ਜੋਜਨ ਉਹਨੂੰ ਚੌੜਾ ਕਰਕੇ ਲਿਖਿਆ, ਉੱਥੇ ਦੱਬਿਆ ਗਿਆ। ਪਰ ਨਾਲ ਇੱਕ ਗੱਲ ਰਹਿ ਗਈ ਵੀ ਜਿਹੜਾ ਇੱਥੇ ਆ ਕੇ ਦਰਸ਼ਨ ਕਰੇਗਾ ਉਹ ਮੁਕਤ ਹੋ ਜਾਏਗਾ। ਇਸ ਕਰਕੇ ਲੋਕੀ ਉਸ ਗਿਆਸਰ ਜਗ੍ਹਾ ਤੇ ਜਾ ਕਰਕੇ ਇਸ਼ਨਾਨ ਕਰਦੇ ਨੇ, ਫੁੱਲ ਆਦਿ ਪਾਉਂਦੇ ਹਨ। ਤੋ ਮੇਰੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਭਗਤਾਂ ਦੇ ਦੁਆਰਾ ਕਹਿੰਦੇ ਨੇ ਉਸ ਗਿਆ ਵਾਲੀ ਥਾਂ ਤੇ ਜਿੱਥੇ ਗਿਆਸਰ ਦੈਂਤ ਦਾ ਤਨ ਦੱਬਿਆ, ਉਥੇ ਜਾ ਕੇ ਪਿੰਡ ਨੂੰ ਭਰਾਉਣਾ ਕਰੇ। ਬਨਾਰਸ ਅਸ ਬਸਤਾ, ਬਨਾਰਸ ਕਾਂਸ਼ੀ ਆਦਿ ਵਿੱਚ ਵਸਣਾ ਕਰੇ, ਕਿਉਂਕਿ ਪੁਰਾਤਨ ਗ੍ਰੰਥਾਂ ਲਿਖਿਆ ਕਾਂਸ਼ੀ ਮਰਨਾਤ ਮੁਕਤੀ, ਜਿਹੜਾ ਕਾਂਸ਼ੀ 'ਚ ਮਰੇਗਾ ਮੁਕਤ ਹੋ ਜਾਏਗਾ। ਬਾਬਾ ਨਾਮ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਇਹ ਗੱਲ ਨਹੀਂ ਬਣਨੀ, ਕੱਲਾ ਬਨਾਰਸ ਵਿੱਚ ਰਹਿਣ ਕਰਕੇ ਗੱਲ ਨਹੀਂ ਬਣਨੀ। ਮੁਖ ਵੇਦ ਚਤੁਰ ਪੜਤਾ, ਭਾਵੇਂ 4 ਵੇਦ ਮੂੰਹ ਜ਼ਬਾਨੀ ਕੰਠ ਹੋਣ, ਸਗਲ ਧਰਮ ਅਛਤਾ, ਸਾਰੇ ਧਰਮਾਂ ਨੂੰ ਭਲੀ ਪ੍ਰਕਾਰ ਸਮਝਦਾ ਹੋਵੇ। ਗੁਰ ਗਿਆਨ ਇੰਦਰੀ ਦ੍ਰਿੜਤਾ, ਇਸ ਪ੍ਰਕਾਰ ਪਰ ਗੱਲ ਤਾਂ ਬਣੇਗੀ ਗੁਰੂ ਦੇ ਗਿਆਨ ਦੁਆਰਾ। ਜਿਹੜੀਆਂ ਇੰਦਰੀਆਂ ਨੇ ਇਹਨਾਂ ਨੂੰ ਦ੍ਰਿੜ ਕਰੋ। ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ, ਅੱਖਾਂ ਨਾਲ ਮਾੜਾ ਨਾ ਤੱਕੀਏ, ਕੰਨਾਂ ਨਾਲ ਬੁਰਾ ਸੁਣੀਏ ਨਾ, ਖਟ ਕਰਮ ਸਹਿਤ ਰਹਿਤਾ। ਕਹਿੰਦੇ ਇਸ ਪ੍ਰਕਾਰ ਜਿਹੜੇ ਇਹ 6 ਕਰਮ ਨੇ, ਜਗ ਹੋਮ ਦਾ ਇਤਿਆਦਿਕ, ਇਹ ਕਰਮਾਂ ਨੂੰ ਕਰਨਾ ਕਰੇ। ਸਿਵਾ ਸਖਤ ਸੰਵਾਦੰ, ਸਿਵਾ ਦਾ ਅਰਥ ਹੈ ਕਲਿਆਣ ਸੂਪ ਪਰਮਾਤਮਾ ਤੇ ਸ਼ਕ ਤੋਂ ਭਾਵ ਮਾਇਆ और उस ब्रह्म की ਜਿਹੜੀ आपस में चर्चा है। मन छोड़ छोड़ सगल भेदं, ਉਹ ਮੇਰੇ ਮਨਾ ਇਹਨਾਂ ਕੰਮਾਂ 'ਚ ਨਾ ਪੈ, ਜਿਹੜੇ ਇਹ ਸਾਰੇ ਭੇਦ ਨੇ, ਫਰਕ ਨੇ, ਇਹਨਾਂ ਨੂੰ ਛੱਡਣਾ ਕਰ, ਇਉਂ ਕਰ। ਸਿਮਰ ਸਿਮਰ ਗੋਬਿੰਦੰ, ਜਿਹੜਾ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ, ਵੇਦਾਂ ਦੇ ਦੁਆਰਾ ਜਾਣਿਆ ਜਾਂਦਾ, ਗਿਆਨ ਦੁਆਰਾ ਜਾਣਿਆ ਜਾਂਦਾ, ਉਸ ਨੂੰ ਮਨ ਕਰਕੇ, ਬਾਣੀ ਕਰਕੇ ਚੇਤੇ ਕਰ। ਭਜ ਨਾਮਾ ਤਰਸ ਪਵ ਸਿੰਦੰ, ਇਸ ਕਰਕੇ ਪ੍ਰਮਾਤਮਾ ਦੇ ਨਾਮ ਨੂੰ ਭਜ ਤਾਂ ਕਿ ਸੰਸਾਰ ਸਾਗਰ ਤੋਂ ਬੰਨੇ ਹੋ ਜਾਏ। ਹਜ਼ੂਰ ਸਾਡੇ ਤੇ ਵੀ ਕਿਰਪਾ ਕਰਨ ਕੇ ਸਾਡੀ ਅਵਸਥਾ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੋਟਾਨ ਕੋਟਾਨ ਧੰਨਵਾਦ। ਗੁਰੂ ਕਿਆਂ ਸੰਗਤਾਂ ਦਾ ਧੰਨਵਾਦ। ਭੁੱਲਾਂ ਚੁੱਕਾਂ ਦੀ ਮਾਫੀ ਜੀ। ਸਿਵਾ ਸਖਤ ਸੰਵਾਦੰ, ਮਨ ਛੋੜ ਛੋੜ ਸਗਲ ਭੇਦੰ, ਸਿਮਰ ਸਿਮਰ ਗੋਬਿੰਦੰ,
ਭਜ ਨਾਮਾ ਤਰਸ ਭਵ ਸਿੰਧੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।